ਯਿਸੂ ਮਸੀਹ ਦੇ ਬਾਬਰਕਤ ਜਲਾਲੀ ਤੇ ਸੋਹਣੇ ਤੇ ਮਿੱਠੇ ਨਾਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਸਲਾਮ। ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਬਾਕਾਇਦਗੀ ਨਾਲ ਵੇਖਦੇ ਹੋ। ਮੈਂ ਤੁਹਾਡਾ ਖਾਦਮ ਪਾਦਰੀ ਪਰਵੇਜ਼ ਸਾਦਕ ਪ੍ਰੋਗਰਾਮ ਸੁੱਚੇ ਮੋਤੀ ਦੇ ਨਾਲ ਤੁਹਾਡੀ ਖਿਦਮਤ ਵਿੱਚ ਅੱਜ ਫਿਰ ਇੱਕ ਬੜੇ ਹੀ ਖੂਬਸੂਰਤ ਤੇ ਬੜੇ ਹੀ ਮਜ਼ਬੂਤ ਖਾਦਮ ਦੇ ਨਾਲ ਆ, ਔਰ ਜਿਹੜਾ ਤੁਹਾਡੇ ਆਪਣੇ ਗਿਰਜੇ ਦਾ, ਤੁਹਾਡੇ ਆਪਣੇ ਸ਼ਹਿਰ ਦਾ ਔਰ ਤੁਹਾਡੀ ਕਲੀਸਿਆ ਦਾ ਖਾਦਮ ਹੈ। ਔਰ ਯਕੀਨਨ ਨਾਜ਼ਰੀਨ, ਜਦੋਂ ਤੁਸੀਂ ਉਹਨਾਂ ਨੂੰ ਮਿਲੋਗੇ ਤੇ ਤੁਹਾਨੂੰ ਖੁਸ਼ੀ ਹੋਏਗੀ ਔਰ ਉਹਨਾਂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ, ਖੂਬਸੂਰਤ ਗੱਲਾਂ, ਉਹਨਾਂ ਦੀਆਂ ਜ਼ਿੰਦਗੀ ਦੇ ਵਿੱਚ ਗਵਾਹੀਆਂ, ਬਰਕਤਾਂ, ਉਹਦੇ ਬਾਰੇ 'ਚ ਜਦੋਂ ਤੁਸੀਂ ਜਾਣੋਗੇ ਤੇ ਤੁਹਾਨੂੰ ਬਹੁਤ ਹੀ ਚੰਗਾ ਲੱਗੇਗਾ। ਮੇਰੇ ਅਜ਼ੀਜ਼ੋ, ਸਾਡੇ ਤੇ ਖੁਦਾ ਨੇ ਇੱਕ ਬੜੀ ਵੱਡੀ ਜ਼ਿੰਮੇਵਾਰੀ ਲਾਈ ਹੈ। ਉਹ ਜ਼ਿੰਮੇਵਾਰੀ ਇਹ ਵੇ ਕਿ ਸਾਰੀ ਖਲਕ ਦੇ ਸਾਹਮਣੇ ਅੰਜੀਲ ਦੀ ਮਨਾਦੀ ਕਰੋ। ਤੇ ਇਸੇ ਬੋਝ ਨੂੰ ਲੈ ਕੇ ਬਹੁਤ ਸਾਰੇ ਖਾਦਮੀਨ ਜਿਹੜੇ ਨੇ ਪੂਰੀ ਦੁਨੀਆ ਤੇ ਕੰਮ ਪੇ ਕਰਦੇ ਨੇ, ਤਾਂ ਕਿ ਬਹੁਤ ਸਾਰੀਆਂ ਰੂਹਾਂ ਜਿਹੜੀਆਂ ਨੇ ਖੁਦਾ ਬਾਪ ਦੀ ਬਾਦਸ਼ਾਹਤ ਦੇ ਵਿੱਚ ਉਹ ਦਾਖਲ ਹੋ ਸਕਣ, ਯਿਸੂ ਮਸੀਹ ਤੇ ਈਮਾਨ ਲੈ ਆਉਣ। ਯਿਸੂ ਮਸੀਹ ਦੇ ਖੂਨ ਬਹਾਉਣ ਦਾ ਇਸੇ ਤਰ੍ਹਾਂ ਹੀ ਫਾਇਦਾ ਹੋਏਗਾ ਕਿ ਜਦੋਂ ਅਸੀਂ ਉਹਦੇ ਤੇ ਈਮਾਨ ਲਿਆਈਏ। ਜਦੋਂ ਅਸੀਂ ਈਮਾਨ ਨਹੀਂ ਲਿਆਵਾਂਗੇ ਤੇ ਫਿਰ ਉਹਦੇ ਖੂਨ ਬਹਾਉਣ ਦਾ ਫਾਇਦਾ ਨਹੀਂ। ਨਾਜ਼ਰੀਨ, ਗੱਲਾਂ ਤੇ ਹੁੰਦੀਆਂ ਰਹਿਣਗੀਆਂ। ਮੈਂ ਇਸ ਤੋਂ ਪਹਿਲਾਂ ਕਿ ਤੁਹਾਡੇ ਖਾਦਮ ਨਾਲ ਤੁਹਾਡੀ ਮੁਲਾਕਾਤ ਕਰਾਵਾਂ, ਮੈਂ ਉਹਨਾਂ ਦਾ ਨਾਂ ਦੱਸਦਾ ਜਾਵਾਂ। ਉਹਨਾਂ ਦਾ ਨਾਂ ਪਾਦਰੀ ਹਾਰੂਨ ਜਾਰਜ ਹੈ ਔਰ ਉਹਨਾਂ ਦਾ ਤਾਲਕ FGA ਚਰਚ ਰਾਵਲਪਿੰਡੀ, ਬਲਕਿ ਮੈਂ ਇੱਥੇ ਜ਼ਰੂਰ ਦੱਸਾਂਗਾ ਕਿ ਪੂਰੇ ਪਾਕਿਸਤਾਨ ਦੇ ਵਿੱਚ ਖੁਦਾ ਆਪਣੇ ਖਾਦਮ ਨੂੰ, ਆਪਣੇ ਬੰਦੇ ਨੂੰ ਇਸਤੇਮਾਲ ਕਰ ਰਿਹਾ ਹੈ ਔਰ ਬੜੀ ਈਮਾਨਦਾਰੀ ਦੇ ਨਾਲ ਤੇ ਵਫਾਦਾਰੀ ਤੇ ਜਾਨ ਫਸ਼ਾਨੀ ਦੇ ਨਾਲ ਉਹ ਕੰਮ ਪੇ ਕਰਦੇ ਨੇ। ਤੇ ਆਓ ਫਿਰ ਨਾਜ਼ਰੀਨ, ਤੁਹਾਡੀ ਮੁਲਾਕਾਤ ਕਰਾਈਏ ਤੁਹਾਡੇ ਖਾਦਮ ਦੇ ਨਾਲ। ਜੀ ਭਾਈ ਸਾਹਿਬ, ਸਲਾਮ। ਸਲਾਮ ਜੀ ਭਾਈ ਸਾਹਿਬ। ਭਾਈ ਸਾਹਿਬ, ਤੁਸੀਂ ਠੀਕ ਹੋ? ਖੁਦਾਵੰਦ ਦਾ ਸ਼ੁਕਰ ਹੈ, ਤੁਹਾਡੀ ਸਿਹਤ ਠੀਕ ਹੈ? ਖੁਦਾਵੰਦ ਦਾ ਫਜ਼ਲ ਹੈ। ਭਾਈ ਸਾਹਿਬ, ਸਭ ਤੋਂ ਪਹਿਲਾਂ ਤੇ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਸਾਡੇ ਪ੍ਰੋਗਰਾਮ ਸੁੱਚੇ ਮੋਤੀ ਦੇ ਵਿੱਚ ਆਏ। ਔਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੇਰੀ ਜਦੋਂ ਤੁਹਾਡੇ ਨਾਲ ਗੱਲਬਾਤ ਹੋਈ ਤੇ ਤੁਸੀਂ ਬੜੀ ਖੁਸ਼ੀ ਨਾਲ ਕਬੂਲ ਕੀਤਾ, ਬਲਕਿ ਤੁਸੀਂ ਕਿਸੇ ਪ੍ਰੋਗਰਾਮ ਦੇ ਵਿੱਚ ਮਸਰੂਫ ਸੋ ਤੇ ਤੁਸੀਂ ਆਖਿਆ ਕਿ ਮੈਂ ਜਦੋਂ ਹੀ ਇੱਥੋਂ ਫਾਰਗ ਹੋਵਾਂਗਾ ਤੇ ਤੁਹਾਨੂੰ ਜ਼ਰੂਰ ਕਾਲ ਕਰਕੇ ਦੱਸਾਂਗਾ। ਔਰ ਤੁਸੀਂ ਸਾਨੂੰ ਦੱਸਿਆ ਔਰ ਵੈਲਕਮ ਕੀਤਾ। ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਥੋੜਾ ਜਿਹਾ ਆਪਣੀ ਮਸਰੂਫਿਆਤ ਵਿੱਚੋਂ ਵਕਤ ਕੱਢਿਆ ਤੇ ਅੱਜ ਤੁਸੀਂ ਸਾਡੇ ਨਾਲ ਹੋ। ਭਾਈ ਸਾਹਿਬ, ਖਿਦਮਤ ਕੈਸੀ ਜਾ ਰਹੀ ਹੈ? ਆਪ ਖੁਦਾਵੰਦ ਦਾ ਬੜਾ ਫਜ਼ਲ ਹੈ, ਉਹਦਾ ਹੱਥ ਸਾਡੇ ਉੱਤੇ ਤੇ ਅਸੀਂ ਹਾਲੇਲੂਇਆ। ਵੇਖ ਸਕਦੇ ਹਾਂ ਕਿ ਖੁਦਾਵੰਦ ਦਿਨ ਬ ਦਿਨ ਸਾਨੂੰ ਅੱਗੇ ਟੋਰੀ ਜਾ ਰਿਹਾ। ਹਾਲੇਲੂਇਆ। ਖੁਦਾਵੰਦ ਦਾ ਸ਼ੁਕਰ ਹੈ, ਖੁਦਾਵੰਦ ਜਿੱਥੇ ਜਿੱਥੇ ਅਸੀਂ ਜਾ ਰਹੇ ਹਾਂ ਉਹ ਕੰਮ ਕਰ ਰਿਹਾ ਹੈ, ਸਾਨੂੰ ਇਸਤੇਮਾਲ ਕਰ ਰਿਹਾ, ਉਹਦਾ ਫਜ਼ਲ ਹੈ। ਮੈਂ ਸਮਝਣਾ ਜਦੋਂ ਅਸੀਂ ਨੌਜਵਾਨ ਆ ਤੇ ਨੌਜਵਾਨਾਂ ਨੂੰ ਤੇ ਖੁਦਾ ਕਸਰਤ ਦੇ ਨਾਲ ਇਸਤੇਮਾਲ ਕਰਦਾ ਹੈ ਔਰ ਉਹਨਾਂ ਨੂੰ ਕਰਨਾ ਵੀ ਚਾਹੀਦਾ ਹੈ, ਕਿਉਂਕਿ ਉਹਨਾਂ ਦੇ ਵਿੱਚ ਇੱਕ એનર્ਜੀ ਹੁੰਦੀ ਹੈ, ਤਾਕਤ ਹੁੰਦੀ ਹੈ। ਨੌਜਵਾਨੀ ਦਾ ਵੀ ਇੱਕ ਜ਼ੋਰ ਹੁੰਦਾ ਨਾ, ਤੇ ਉਹ ਬੜੇ ਜ਼ੋਰ ਨਾਲ ਕੰਮ ਕਰ ਸਕਦੇ ਨੇ। ਬਿਲਕੁਲ ਪੱਕੀ ਗੱਲ ਹੈ। ਔਰ ਪਾਦਰੀ ਸਾਹਿਬ, ਇਹ ਕੰਮ ਆਸਾਨ ਤੇ ਨਹੀਂ ਹੈ। ਮੈਂ ਸਮਝਣਾ ਜ਼ੋਰ ਦਾ ਕੰਮ ਹੈ, ਤਾਕਤ ਦਾ ਕੰਮ ਹੈ। ਬਿਲਕੁਲ। ਮੈਂ ਜ਼ਿੰਦਗੀ 'ਚ ਇੱਕ ਗੱਲ ਸਿੱਖੀ ਕਿ ਖੁਦਾ ਜਿਹੜਾ ਹੈ ਉਹ ਸਾਨੂੰ ਜ਼ੋਰ ਦਿੰਦਾ ਹੈ। ਕਈ ਦਫਾ ਅਸੀਂ ਜਦੋਂ ਖੁਦਾ ਕੋਲੋਂ ਮੰਗਦੇ ਹਾਂ, ਖੁਦਾਵੰਦ ਸਾਡੇ ਵਾਸਤੇ ਨਵੇਂ-ਨਵੇਂ ਦਰਵਾਜ਼ੇ ਖੋਲ, ਤੇ ਖੁਦਾ ਖੋਲਦਾ, ਸਾਨੂੰ ਹੋਰ ਬੋਝ ਦਿੰਦਾ ਜਾਂਦਾ ਹੈ ਤੇ ਫਿਰ ਅਸੀਂ ਥੱਕ ਜਾਂਦੇ ਹਾਂ, ਫਿਰ ਅਸੀਂ ਛੱਡਣਾ ਸ਼ੁਰੂ ਕਰ ਦਿੰਦੇ ਹਾਂ। ਤੇ ਸਾਨੂੰ ਹਮੇਸ਼ਾ ਹੀ ਖੁਦਾ ਦੇ ਫਜ਼ਲ ਦੀ ਜ਼ਰੂਰਤ ਹੈ। ਤੇ ਮੈਂ ਖੁਦਾਵੰਦ ਦਾ ਬੜਾ ਸ਼ੁਕਰ ਅਦਾ ਕਰਨਾ ਕਿ ਉਹਦਾ ਫਜ਼ਲ ਹੈ ਜਿਹੜਾ ਸਾਨੂੰ ਲੈ ਕੇ ਚੱਲਦਾ ਜਾ ਰਿਹਾ। ਹਾਲੇਲੂਇਆ, ਹਾਲੇਲੂਇਆ। ਭਾਈ ਸਾਹਿਬ, ਸਾਰੀਆਂ ਗੱਲਾਂ ਹੋਣਗੀਆਂ ਕਿਉਂਕਿ ਨਾਜ਼ਰੀਨ ਚਾਹੁੰਦੇ ਨੇ ਕਿ ਸਭ ਤੋਂ ਪਹਿਲਾਂ ਉਹ ਜ਼ਰੂਰ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਬੜੀ ਮਜ਼ਬੂਤ ਗਵਾਹੀ ਹੈ ਕਿ ਤੁਸੀਂ ਯਿਸੂ ਮਸੀਹ ਨੂੰ ਕਬੂਲ ਕਿੰਜ ਕੀਤਾ, ਇਹ ਸਾਨੂੰ ਜ਼ਰੂਰ ਤੁਸੀਂ ਦੱਸੋ, ਨਾਜ਼ਰੀਨ ਨੂੰ ਦੱਸੋ ਕਿ ਤੁਹਾਡੀ ਜ਼ਿੰਦਗੀ 'ਚ ਖੁਦਾ ਨੇ ਕਿੰਜ ਕੰਮ ਕੀਤਾ। ਖੁਦਾਵੰਦ ਦਾ ਸ਼ੁਕਰ ਹੈ। ਮੈਂ ਖੁਦਾਵੰਦ ਦਾ ਬੜਾ ਸ਼ੁਕਰ ਅਦਾ ਕਰਨਾ ਕਿ ਸਭ ਤੋਂ ਪਹਿਲੇ ਮੈਂ ਇੱਕ ਐਸੀ ਖਾਨਦਾਨ 'ਚ ਪੈਦਾ ਹੋਇਆ ਜਿੱਥੇ ਮੇਰੇ ਵਾਲਿਦ ਸਾਹਿਬ ਤੇ ਮੇਰੀ ਵਾਲਦਾ ਉਹ 1971 ਤੋਂ FGA ਦੇ ਨਾਲ ਖਿਦਮਤ ਕਰ ਰਹੇ ਨੇ। ਤੇ ਮੇਰੀ ਵਾਲਦਾ ਜਿਹੜੀ ਨੇ ਉਹ ਸਭ ਤੋਂ ਪਹਿਲਾ ਜਿਹੜਾ ਬੈਚ ਸੀ FGA ਦਾ, ਉਦੋਂ ਉਹ ਗ੍ਰੈਜੂਏਟ ਉੱਥੋਂ ਹੋਏ। ਮਤਲਬ ਤੁਹਾਡੀਆਂ ਗੱਲਾਂ ਤੋਂ ਇਹ ਜ਼ਾਹਿਰ ਹੋਇਆ ਕਿ ਤੁਹਾਡੇ ਵਾਲਦੈਨ ਜਿਹੜੇ ਸਨ, ਤੁਹਾਡੀ ਅੰਮੀ, ਤੁਹਾਡੇ ਅੱਬੂ, ਉਹ ਖੁਦਾ ਦੇ ਵਿੱਚ ਸਨ ਔਰ ਤੁਸੀਂ ਇੱਕ ਇਮਾਨਦਾਰ ਖਾਨਦਾਨ ਦੇ ਵਿੱਚ ਪੈਦਾ ਹੋਏ ਹੋ। ਬਿਲਕੁਲ ਇਮਾਨਦਾਰ ਖਾਨਦਾਨ 'ਚ ਅਸੀਂ ਪੈਦਾ ਹੋਏ। ਫਿਰ ਉਹਦੇ ਬਾਅਦ ਐਸੀ ਕਿ ਸਾਡੇ ਵਾਲਦੈਨ ਨੇ, ਖਾਸ ਤੌਰ 'ਤੇ ਅੰਮੀ ਨੇ, ਉਹਨਾਂ ਨੇ ਸਾਨੂੰ ਦੱਸਿਆ ਖੁਦਾਵੰਦ ਦੇ ਬਾਰੇ 'ਚ, ਉਹਦੇ ਲਹੂ ਦੇ ਬਾਰੇ 'ਚ, ਕਿਸ ਤਰ੍ਹਾਂ ਕਫਾਰੇ ਦੇ ਬਾਰੇ 'ਚ। ਤੇ ਇਹ ਬੜਾ ਜ਼ਰੂਰੀ ਸੀ ਸਾਡਾ ਜਾਨਣਾ ਕਿ
ਮਸੀਹ ਖਾਨਦਾਨ ਦੇ ਵਿੱਚ ਪੈਦਾ ਹੋ ਜਾਣਾ ਜ਼ਰੂਰੀ ਨਹੀਂ ਹੈ, ਲੇਕਿਨ ਖੁਦਾਵੰਦ ਯਿਸੂ ਮਸੀਹ ਨੂੰ ਸ਼ਖਸੀ ਨਿਜਾਤ ਦਹਿੰਦਾ ਕਬੂਲ ਕਰਨਾ ਬੜਾ ਜ਼ਰੂਰੀ ਹੈ। ਗੋ ਕਿ ਮੈਂ ਸਮਝਣਾ ਪਾਜੀ ਸਾਹਿਬ, ਜਿਸ ਟਾਈਮ ਅਸੀਂ ਮਸੀਹੀ ਇਮਾਨਦਾਰ ਖਾਨਦਾਨ ਦੇ ਵਿੱਚ ਵੀ ਪੈਦਾ ਹੋਈਏ ਤੇ ਫਿਰ ਵੀ ਕਈ ਵਾਰੀ ਸਾਨੂੰ ਨਜਾਤ ਦਾ ਤਜਰਬਾ ਨਹੀਂ ਹੁੰਦਾ। ਬਿਲਕੁਲ। ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਕੰਮ ਹੋਇਆ ਕਿ ਤੁਸੀਂ ਯਿਸੂ ਮਸੀਹ ਨੂੰ ਕਬੂਲ ਕਰਨ ਤੇ ਮਜਬੂਰ ਹੋ ਗਏ? ਜ਼ਾਹਿਰ ਗੱਲ ਹੈ ਤੁਸੀਂ ਜਦੋਂ ਬੱਚੇ ਹੋਵੋਗੇ, ਮੁੰਡੇ ਖੁੰਡੇ ਹੋਵੋਗੇ, ਉਦੋਂ ਜ਼ਰਾ ਸ਼ੁਗਲ ਮੇਲਾ ਹੁੰਦਾ ਹੈ ਕਿ ਖੇਡੀਏ ਖੁੱਡੀਏ, ਬੰਦੇ ਦੀ ਹੋਰ ਹੀ ਕੋਈ ਰੌਣਕ ਹੁੰਦੀ ਹੈ। ਤੁਹਾਡੀ ਜ਼ਿੰਦਗੀ 'ਚ ਕਿੰਜ ਕੰਮ ਹੋਇਆ? ਅਸੀਂ ਬੜੇ ਛੋਟੇ ਸਾਂ ਜਦੋਂ ਸਾਡੇ ਵਾਲਿदैन ਸਾਨੂੰ ਹਮੇਸ਼ਾ ਦੱਸਦੇ ਰਹੇ ਨੇ, ਤੇ ਜਦੋਂ ਉਹਨਾਂ ਨੇ ਇੱਕ ਦਿਨ ਸਾਨੂੰ ਦੱਸਿਆ ਯਿਸੂ ਮਸੀਹ ਦੇ ਬਾਰੇ 'ਚ, ਤੇ ਇੱਕ ਵਕਤ ਆਇਆ ਜਦੋਂ ਦੁਆ ਕਰਕੇ ਅਸੀਂ ਖੁਦਾਵੰਦ ਯਿਸੂ ਮਸੀਹ ਨੇ ਸ਼ਜਾਤ ਦਹਿੰਦਾ ਕਬੂਲ ਕੀਤਾ, ਤੇ ਉਸ ਤੋਂ ਵੀ ਬੜ ਕਰ ਇੱਕ ਹੋਰ ਫਜ਼ਲ ਹੋ ਗਿਆ ਸਾਡੇ ਤੇ ਕਿ ਮੈਨੂੰ ਯਾਦ ਹੈ 1990 'ਚ ਮੈਂ ਰੂਲ ਕੁਦਸ ਦੇ ਨਾਲ। ਹਾਲੇਲੂਇਆ ਹਾਲੇਲੂਇਆ। ਤੇ ਖੁਦਾਵੰਦ ਦਾ ਬੜਾ ਫਜ਼ਲ। ਨਾਜ਼ਰੀਨ, ਮੈਂ ਇੱਥੇ ਜ਼ਰੂਰ ਦੱਸਣਾ ਚਾਹਾਂਗਾ ਕਿ ਜਦੋਂ ਅਸੀਂ ਰੂਹੁਲ ਕੁਦਸ ਨੂੰ ਮੌਕਾ ਦਿੰਦੇ ਆ ਆਪਣੀ ਜ਼ਿੰਦਗੀ ਦੇ ਵਿੱਚ, ਆਪਣੇ ਬਦਨ ਦੇ ਵਿੱਚ, ਤੇ ਫਿਰ ਉਹ ਸਾਡੇ ਅੰਦਰ ਕੰਮ ਕਰਦਾ ਹੈ ਔਰ ਫਿਰ ਉਹ ਤਾਕਤ ਬਖਸ਼ਦਾ ਹੈ ਕਿ ਅਸੀਂ ਫਿਰ ਖੁਦਾ ਲਈ ਕੰਮ ਕਰੀਏ। ਤੇ ਕੋਈ ਆਇਤ ਸੀ ਕਿ ਜਿਹਨੇ ਤੁਹਾਨੂੰ ਕਾਇਲ ਕੀਤਾ, ਜਾਂ ਤੁਸੀਂ ਆਪਣੇ ਵਾਲਿਦ ਸਾਹਿਬ ਨੇ ਤੁਹਾਨੂੰ ਕੋਈ ਕਲਾਮ ਸੁਣਾਇਆ, ਜਾਂ ਤੁਸੀਂ ਕਿਸੇ ਮੀਟਿੰਗ ਤੇ ਸੋ? ਅਸੀਂ ਨਹੀਂ, ਅਸੀਂ ਮਰੀ 'ਚ ਰਹਿੰਦੇ ਸਾਂ, ਤੇ ਹਰ ਦਫਾ ਆਇਆ ਹੁੰਦਾ ਕਿ ਸਾਡੇ ਵਾਲਿदैन ਜਿਹੜੇ ਸਨ ਨਾ, ਉਹ ਸਾਨੂੰ ਦੱਸਦੇ ਰਹੇ ਨੇ ਕਿ ਕਿਸ ਤਰ੍ਹਾਂ ਸੇ ਖੁਦਾਵੰਦ ਨੇ ਸਾਡੇ ਲਈ ਕੀ ਕੀਤਾ। ਤੇ ਮੈਨੂੰ ਯਾਦ ਹੈ ਕਿ ਇੱਕ ਦਿਨ ਉਹਨਾਂ ਨੇ ਸਾਨੂੰ ਬਿਠਾ ਕੇ ਬਕਾਇਦਾ ਇਹਦੇ ਤੇ ਪ੍ਰੀਚ ਕੀਤਾ, ਯਾਨੀ ਕਿ ਤਾਲੀਮ ਦਿੱਤੀ ਸਾਨੂੰ। ਜਦੋਂ ਤਾਲੀਮ ਦਿੱਤੀ ਹੈ ਤੇ ਉਹਦੇ ਬਾਅਦ ਅਸੀਂ ਕਬੂਲ ਕੀਤਾ, ਤੇ ਉਹ ਆਂਸੂਆਂ ਦੇ ਨਾਲ ਸੀ। ਉਹ ਐ ਨਹੀਂ ਸੀ ਕਿ ਕੋਈ ਮਤਲਬ ਐਵੇਂ ਕਰ ਲਿਆ ਕਿ ਬਈ ਇਹ ਕੰਮ ਹੋਣਾ ਚਾਹੀਦਾ, ਕਿਉਂਕਿ ਜਦੋਂ ਖੁਦਾ ਦਾ ਇਤਮੀਨਾਨ ਆਉਂਦਾ, ਖੁਦਾ ਦੀ ਖੁਸ਼ੀ ਆਉਂਦੀ ਹੈ, ਤੇ ਆਂਸੂ ਆਪ ਹੀ ਫੁੱਟ ਪੈਂਦੇ ਨੇ। ਤੇ ਪਾਜੀ ਸਾਹਿਬ, ਇੱਕ ਹੋਰ ਗੱਲ ਜਿਹੜੀ ਮੈਨੂੰ ਯਾਦ ਆ ਗਈ ਕਿ ਮੈਂ ਬੜਾ ਹੀ ਛੋਟਾ ਸਾਂ। ਮੈਨੂੰ ਯਾਦ ਹੈ ਕਿ ਮੈਂ ਤਕਰੀਬਨ ਕੋਈ 5 ਸਾਲ ਦਾ ਸਾਂ ਜਦੋਂ ਮੈਂ ਗੈਰ ਜ਼ੁਬਾਨਾਂ ਦੇ ਨਾਲ ਦੁਆ ਕਰਨਾ ਸ਼ੁਰੂ ਕੀਤੀ। ਲੇਕਿਨ ਮੈਂ ਇੱਕ ਚੀਜ਼ ਨੂੰ ਮਹਿਸੂਸ ਕੀਤਾ, ਕਲਾਮ 'ਚ ਲਿਖਿਆ ਹੈ ਕਿ जो कोई बेगाना अल्फाज में दुआ करता है अपनी तरक्की करता है। कि कदी कदी चर्च जाके गैर ज़बाना च हल्की फुल्की दुआ कर ली, लेकिन खुदा दे नाल ताल्लुक नहीं सी। मतलब एक फैमिली च रहिंदे होए, खुदा दे घर च रहिंदे होए असी अक्सर जिहड़ा चर्च भी जाने आ, दुआवां भी करने आ, सुबह उठने आ, लेकिन ताल्लुक होना बड़ा जरूरी है। बिल्कुल। ते ओहदे च थोड़ा टाइम लग्या। हालेलुया। ਮੈਨੂੰ ਇੱਥੇ ਜ਼ਰੂਰ ਕਲਾਮ ਦੇ ਕੁਝ ਹਵਾਲਾ ਜਾਤ ਔਰ ਕੁਝ ਵਾਕਿਆਤ ਯਾਦ ਆਉਂਦੇ ਨੇ ਪਏ ਕਿ ਜਿਵੇਂ ਸੈਮੂਅਲ ਸੀ ਤੇ ਉਹਦੀ ਮਾਂ ਵੀ ਉਹਨੂੰ ਹੈਕਲ 'ਚ ਲੈ ਕੇ ਜਾਂਦੀ, ਬਲਕਿ ਛੱਡ ਹੀ ਆਈ ਕਿ ਉਹ ਉੱਥੇ ਸਿੱਖੇ। ਔਰ ਸਾਡਾ ਜਿਹੜਾ ਨਜਾਤ ਦਹਿੰਦਾ ਹੈ, ਬੇਸ਼ੱਕ ਉਹਦੇ ਬਾਰੇ 'ਚ ਨਾਜ਼ਰੀਨ ਲਿਖਿਆ ਕਿ ਉਹ ਕਲਮਾ ਮੁਜੱਸਮ ਸੀ, ਉਹ ਖੁਦਾ ਦਾ ਕਲਮਾ ਸੀ ਔਰ ਕਲਾਮ ਨੂੰ ਜਾਣਦਾ ਸੀ, ਲੇਕਿਨ ਇਸ ਦੇ ਬਾਵਜੂਦ ਆਪਣੇ ਵਾਲਿदैन ਦੇ ਨਾਲ ਜਾਂਦਾ ਸੀ ਔਰ ਉਹਦੇ ਵਾਲਿदैन ਦੀ ਜਿਹੜੀ ਤਰਬੀਅਤ ਸੀ, ਔਰ ਮੈਂ ਸਮਝਦਾ ਇੱਕ ਮਜ਼ਬੂਤ ਤਰਬੀਅਤ ਸੀ। ਬਿਲਕੁਲ ਬਿਲਕੁਲ। ਤੁਸੀਂ ਇਹ ਵੇਖੋ ਨਾ ਕਿ ਜਦੋਂ ਸੈਮੂਅਲ ਦੀ ਅਸੀਂ ਗੱਲ ਕਰਨੇ ਆ ਤੇ ਖੁਦਾ ਦਾ ਜਿਹੜਾ ਅਹਿਦ ਉਹਦੇ ਨਾਲ ਫਿਰ ਅੱਗੇ ਟੁਰਿਆ, ਕਿਉਂਕਿ ਏਲੀ ਕਾਹਨ ਨੇ ਇਹ ਕੰਮ ਨਹੀਂ ਕੀਤਾ। ਉਹਦੀ ਔਲਾਦ ਜਿਹੜੀ ਸੀ ਉਹਨੂੰ ਨੇ ਨਹੀਂ ਸਿਖਾਇਆ ਤੇ ਉਹ ਗੁਨਾਹ 'ਚ ਡੁੱਬ ਗਏ। ਤੇ ਕਲਾਮ 'ਚ ਲਿਖਿਆ ਹੈ ਨਾ ਕਿ ਖੁਦਾ ਨੇ ਕਿਹਾ ਕਿ ਜੋ ਮੇਰੀ ਤਹਿਕੀਰ करते हैं बेकदर होंगे। मैं तो किया सी कि तू ते तेरा घराना सदा मेरे हजूर चलता रहेगा। ते अगर असी खुदा दे हजूर प्रॉपरली छोटे होंदे ही शुरू कर देने आ ते फिर खुदा दा हाथ ते साडे नाल कायम रहंदा है। हालेलुया हालेलुया। भाई साहब, ਤੁਸੀਂ ਨੌਜਵਾਨ ਹੋ ਔਰ ਨੌਜਵਾਨੀ ਦੇ ਵਿੱਚ ਮੈਂ ਸਮਝਣਾ ਕਿ ਖੁਦਾ ਨੇ ਤੁਹਾਨੂੰ ਇੱਕ ਮਜ਼ਬੂਤ ਖਿਦਮਤ ਦਿੱਤੀ ਹੈ। ਆਮੀਨ। ਪਾਸਬਾਨੀ ਦੀ ਖਿਦਮਤ। ਇਹ ਖਿਦਮਤ ਤੁਸੀਂ ਕਦੋਂ ਆਗਾਜ਼ ਕੀਤਾ? ਭਾਈ ਸਾਹਿਬ, ਮੈਂ ਜਦੋਂ ਆਪਣੇ ਵਾਲਿਦ ਸਾਹਿਬ ਦੇ ਨਾਲ ਖਿਦਮਤ ਕਰ ਰਿਹਾ ਸਾਂ ਤੇ 2006 ਤੋਂ ਮੈਂ ਪ੍ਰੈਕਟੀਕਲੀ ਐਜ਼ ਅ ਵਰਸ਼ਿਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ। ਤੇ ਖੁਦਾ ਨੇ ਮੋਹਰ ਉਹਦੇ ਤੇ ਇੰਜ ਕੀਤੀ ਕਿ ਖੁਦਾ ਨੇ ਮੈਨੂੰ ਗੀਤ ਦੇਣਾ ਸ਼ੁਰੂ ਕਰ ਦਿੱਤੇ ਕੰਪੋਜੀਸ਼ਨਸ ਦੇ ਨਾਲ। ਫਿਰ 2010 ਚ ਇੱਕ ਮਰਹਲਾ ਆਇਆ ਜਦੋਂ ਅਸੀਂ ਨੌਜਵਾਨ ਕੁਝ ਬੈਠ ਕੇ ਅਸੀਂ ਦੁਆਵਾਂ ਕਰਨਾ ਸ਼ੁਰੂ ਕੀਤੀਆਂ ਤੇ ਅਸੀਂ 40 ਰੋਜ਼ੇ ਚ ਰਹਿੰਦੇ ਸਾਂ ਹਰ ਸਾਲ। ਹਾਲੇ ਤੱਕ ਇਹ ਚੱਲ ਰਿਹਾ ਕਿ ਜਨਵਰੀ ਤੋਂ ਲੈ ਕੇ ਫਰਵਰੀ ਤੱਕ ਅਸੀਂ ਰੋਜ਼ੇ ਚ ਹੁੰਨੇ ਆ। ਤੇ ਮੈਨੂੰ ਯਾਦ ਹੈ ਕਿ ਅਸੀਂ ਜਦੋਂ ਦੁਆਵਾਂ ਕਰਨੀਆਂ ਸ਼ੁਰੂ ਕੀਤੀਆਂ ਤੇ ਮੁxtਲਿਫ ਚਰਚਸ ਦੇ ਨੌਜਵਾਨ ਮੇਰੇ ਨਾਲ ਆ ਗਏ ਤੇ ਅਸੀਂ ਉਹਦਾ ਨਾਂ ਰੱਖਿਆ ਪੁਸ਼ ਪ੍ਰੇ ਅੰਟਿਲ ਸਮਥਿੰਗ ਹੈਪਨਸ। ਮਤਲਬ ਹੈ ਕਿ ਉਦੋਂ ਤੱਕ ਦੁਆ ਕਰਦੇ ਰਹੋ ਜਦੋਂ ਤੱਕ ਕੁਝ ਹੋ ਨਹੀਂ ਜਾਂਦਾ। ਹਾਲੇਲੂਇਆ। ਇਹ ਬੜਾ ਜ਼ਰੂਰੀ ਹੈ ਕਿ ਅਸੀਂ ਇਸ ਤਰ੍ਹਾਂ ਵੀ ਦੁਆ ਕਰੀਏ। ਫਿਰ ਕਿਉਂਕਿ ਚਰਚ ਨੇ ਮੈਨੂੰ ਅਪਾਇੰਟ ਕੀਤਾ ਸੀ ਇਵੈਂਜਲਿਸਟ, ਮੈਂ ਡਿਸਾਈਪਲਸ਼ਿਪ ਕੋਰਸ ਦਰਮਿਆਨ ਚ ਕੀਤਾ।
ਫਿਰ ਉਹਦੇ ਬਾਅਦ ਇੱਕ ਲਮਹਾ ਆਇਆ, ਮੈਨੂੰ ਯਾਦ ਹੈ 2015 2 ਤਾਰੀਖ ਅਗਸਤ 2 ਤਾਰੀਖ 2015 ਨੂੰ ਖੁਦਾ ਦਾ ਫਜ਼ਲ ਹੋਇਆ ਕਿ ਚਰਚ ਨੇ ਮੈਨੂੰ ਪੁਆਇੰਟ ਕੀਤਾ ਐਜ਼ ਅ ਪਾਸਟਰ, ਤੇ ਮੈਂ ਯੂਥ ਦੇ ਵਿੱਚ ਚਰਚ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਤੇ ਮੈਨੂੰ ਯਾਦ ਹੈ ਕਿ 3 ਤਾਰੀਖ ਨੂੰ ਮੇਰੀ ਫਲਾਈਟ ਸੀ ਤੇ ਮੈਂ ਜਾਰਡਨ ਚਲਾ ਗਿਆ, ਤੇ ਜਾਰਡਨ ਰਿਵਰ 'ਚ ਜਿੱਥੇ ਖੁਦਾਵੰਦ ਯਿਸੂ ਮਸੀਹ ਨੇ ਬਪਤਿਸਮਾ ਲਿਆ ਸੀ, ਉਸ ਜਗ੍ਹਾ ਜਾ ਕੇ ਪਹਿਲਾ ਬਪਤਿਸਮਾ ਐਜ਼ ਅ ਪਾਸਟਰ ਮੈਂ ਦਿੱਤਾ। ਤੇ ਇਹ ਬੜੀ ਇੱਕ ਮੇਰੀ ਯਾਦਗਾਰ ਹੈ, ਯਾਦਗਾਰ ਹੈ। ਮਤਲਬ ਖੁਦਾ ਨੇ ਤੁਹਾਨੂੰ ਇੰਨੀ ਇੱਜ਼ਤ ਬਖਸ਼ੀ। ਔਰ ਨਾਜ਼ਰੀਨ ਯਾਦ ਰੱਖੋ ਕਿ ਖੁਦਾ ਹਮੇਸ਼ਾ ਸਾਡੀ ਇੱਜ਼ਤ ਵਧਾਉਂਦਾ ਹੈ, ਔਰ ਖੁਦਾ ਆਪਣੇ ਖਾਦਮਾਂ ਨੂੰ ਬੁਲੰਦ ਵੇਖਣਾ ਚਾਹੁੰਦਾ ਹੈ, ਔਰ ਖੁਦਾ ਦੀ ਹਮੇਸ਼ਾ ਨਜ਼ਰ ਤੇ ਉਹਦਾ ਦਹਿਨਾ ਹੱਥ ਉਹਦੇ ਖਾਦਮਾਂ ਤੇ ਹੁੰਦਾ ਹੈ। ਤੇ ਖੁਦਾ ਨੇ ਤੁਹਾਨੂੰ ਬੜੀ, ਮੈਂ ਸਮਝਣਾ, ਇੱਜ਼ਤ ਬਖਸ਼ੀ ਹੈ। ਨੌਜਵਾਨੇ 'ਚ ਤੁਸੀਂ ਖੁਦਾ ਦੀ ਖਿਦਮਤ ਕਰ ਰਹੇ ਹੋ। ਤੇ ਪਾਸ਼ ਸਾਹਿਬ ਕਿੰਨਾ ਕੁ ਵੇਲਾ ਹੋ ਗਿਆ ਕਿ ਤੁਸੀਂ ਪਾਸਬਾਨੀ ਖਿਦਮਤ ਤੇ ਕਰ ਰਹੇ ਹੋ? ਮੈਂ ਫਿਰ ਉਹਦੇ ਬਾਅਦ ਖੁਦਾ ਨੇ ਇੰਜ ਕੀਤਾ ਕਿ ਮੈਂ ਦੁਆਵਾਂ 'ਚ ਹੀ ਸਾਂ, ਤੇ ਖੁਦਾ ਨੇ ਮੈਨੂੰ ਡੇਟ ਵੀ ਯਾਦ ਹੈ 2016-19 ਜਨਵਰੀ ਨੂੰ ਖੁਦਾ ਨੇ ਮੈਨੂੰ ਬੜਾ ਡਾਇਰੈਕਟ ਕਲਾਮ ਕਰਕੇ ਕਿਹਾ ਕਿ ਤੂੰ ਇੱਥੋਂ ਨਿਕਲਣਾ, ਆਪਣੇ ਵਾਲਿਦ ਸਾਹਿਬ ਦਾ ਚਰਚ ਛੱਡਣਾ ਹੈ। ਤੇ ਫਿਰ ਕੀ ਹੋਇਆ ਕਿ ਮੈਂ ਚੱਕ ਜਲਾਲਦੀਨ 'ਚ ਆਇਆ, ਔਰ ਖੁਦਾ ਨੇ ਕੁਝ ਇਸ ਤਰ੍ਹਾਂ ਦੇ ਰਾਹ ਪੈਦਾ ਕੀਤੇ ਕਿ ਕੁਝ ਭੇਡਾਂ ਸਨ, ਉਹਨਾਂ ਨੇ ਮੈਨੂੰ ਕਿਹਾ ਕਿ ਆਓ ਸਾਡੇ ਨਾਲ ਮਿਲ ਕੇ ਕੰਮ ਕਰੋ। ਤੇ ਅਸੀਂ ਸਿਰਫ 4 ਹਫ਼ਤਿਆਂ ਵਾਸਤੇ ਉੱਥੇ ਗਏ ਤੇ ਵੇਖਣ ਕੇ ਤਜਰਬੇ ਤੋਂ ਮਾਲੂਮ ਕਰਨਾ ਚਾਹੁੰਦੇ ਸਾਂ ਕਿ ਵਾਕਈ ਕੀ ਖੁਦਾ ਦੀ ਮਰਜ਼ੀ ਹੈ। ਤੇ ਖੁਦਾਵੰਦ ਦਾ ਸ਼ੁਕਰ ਹੈ ਕਿ 4 ਸਾਲ ਹੋ ਗਏ ਨੇ ਉੱਥੇ ਖਿਦਮਤ ਅਸੀਂ ਕਰ ਰਹੇ ਹਾਂ, ਤੇ ਖੁਦਾ ਭਰਪੂਰ ਤਰੀਕੇ ਨਾਲ ਉੱਥੇ ਵਧਾ ਇਸਤੇਮਾਲ ਕਰ ਰਿਹਾ। ਹਾਂਜੀ। ਤੇ ਇਹਦਾ ਮਤਲਬ ਇਹ ਹੋਇਆ ਕਿ ਤੁਹਾਡੀ ਤਰੱਕੀ ਦੇ ਨਾਲ ਨਾਲ ਦੂਸਰਿਆਂ ਦੀ ਤਰੱਕੀ ਵੀ ਹੁੰਦੀ ਹੈ। ਆਮੀਨ ਆਮੀਨ। ਔਰ ਜਿੱਥੇ ਤੁਸੀਂ ਕੰਮ ਪੇ ਕਰਦੇ ਹੋ ਉੱਥੇ ਹੋਰ ਵੀ ਕੋਈ ਨੌਜਵਾਨ ਤਿਆਰ ਹੋਏ ਨੇ ਖਿਦਮਤ ਵਾਸਤੇ? ਖੁਦਾਵੰਦ ਦਾ ਸ਼ੁਕਰ ਹੈ ਕਿ ਮੇਰੇ ਨਾਲ ਉੱਥੇ ਇੱਕ ਨੌਜਵਾਨ ਖਾਦਮ ਨੇ, ਉਹ ਵੀ ਹੁਮੈਰ ਸਾਬਰ, ਉਹ ਪਾਦੀ ਸਾਹਿਬ, ਉਹ ਖਿਦਮਤ ਕਰ ਰਹੇ ਨੇ। ਤੇ ਮੈਂ ਜਦੋਂ ਹਾਲਤ ਵੇਖੀ ਸਾਡੇ ਜਿੰਨੇ ਇਲਾਕੇ ਨੇ, ਇੱਥੇ ਫੋਕਸ ਨਹੀਂ ਹੈ ਐਜੂਕੇਸ਼ਨ, ਤੇ ਖੁਦਾਵੰਦ ਦੇ ਫਜ਼ਲ ਦੇ ਨਾਲ 1 ਸਾਲ ਦੇ ਬਾਅਦ ਅਸੀਂ ਐਜੂਕੇਸ਼ਨ ਤੇ ਵੀ ਕੰਮ ਕਰਨਾ ਸ਼ੁਰੂ ਕੀਤਾ। ਫਿਰ ਸਾਡੇ ਚਰਚ 'ਚ ਉੱਥੇ ਨੌਜਵਾਨ ਨੇ, ਉਹ ਖਿਦਮਤ 'ਚ ਆਏ ਨੇ। ਨਾਜ਼ਰੀਨ, ਮੈਂ ਇੱਥੇ ਬੜੀ ਖੂਬਸੂਰਤ ਗੱਲ ਇੱਥੇ ਨੋਟ ਕੀਤੀ ਹੈ ਖੁਦਾ ਦੇ ਖਾਦਮ ਦੀ, ਕਿ ਬੜੀ ਇੱਕ ਮਜ਼ਬੂਤ ਐਫਰਟ ਜਿਹੜੀ ਇਹਨਾਂ ਕੀਤੀ। ਇਹਨਾਂ ਕਿਹਾ ਕਿ ਮੈਂ ਪ੍ਰੋਗਰਾਮਾਂ ਦੇ ਵਿੱਚ ਮੁਖਤਲਿਫ ਨੌਜਵਾਨਾਂ ਨੂੰ ਇਸਤੇਮਾਲ ਕੀਤਾ। ਕਦੀ ਕਦੀ ਅਸੀਂ, ਸਾਡੀ ਜ਼ਿੰਮੇਵਾਰੀ ਹੁੰਦੀ, ਅਸੀਂ ਖਾਦਮ ਹਾਂ, ਤੇ ਕਦੀ ਕਦੀ ਸਾਡਾ ਫੋਕਸ ਸ਼ਾਇਦ ਬਹੁਤ ਸਾਰੇ ਪੜ੍ਹੇ ਲਿਖੇ ਲੋਕਾਂ ਤੇ ਹੁੰਦਾ ਕਿ ਇਹ ਹੀ ਸਭ ਕੁਝ ਕਰ ਸਕਦੇ ਨੇ, ਲੇਕਿਨ ਕਲੀਸਿਆ ਦੇ ਵਿੱਚ ਉਹਨਾਂ ਹੀਰਿਆਂ ਨੂੰ ਤੇ ਉਹਨੇ ਸੁੱਚੇ ਮੋਤੀਆਂ ਨੂੰ ਚੁਣੋ, ਵੇਖੋ ਕਿ ਕਿਹੜੀ ਉਹਨਾਂ 'ਚ ਐਬਿਲਿਟੀ ਹੈ, ਉਹਨੂੰ ਸਾਹਮਣੇ ਲੈ ਕੇ ਆਓ ਤਾਂ ਕਿ ਉਹ ਖੁਦਾ ਦਾ ਕੰਮ ਕਰਨ, ਖੁਦਾ ਦਾ ਕੰਮ ਵਧੇ ਤੇ ਤਰੱਕੀ ਕਰਨ। ਭਾਈ ਸਾਹਿਬ, ਮੈਂ ਇਹਦੇ 'ਚ ਇੱਕ ਗੱਲ ਕਹਿਣਾ ਚਾਹਨਾ, ਜਦੋਂ 2010 'ਚ ਨਾ ਮੈਂ ਖੁਦਾ ਨੇ ਮੈਨੂੰ ਕਿਹਾ ਕਿ ਅਸੀਂ ਮਿਲ ਕੇ ਦੁਆ ਕਰੀਏ, ਤੇ ਮੈਂ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ ਮੈਂ ਵੀ ਸਟਾਰਸ ਕੋਲ ਹੀ ਗਿਆ ਕਿ ਆਓ ਯਾਰ ਮਿਲ ਕੇ ਦੁਆ ਕਰਨੇ ਆ। ਮੈਂ ਕਾਫੀ ਨੌਜਵਾਨਾਂ ਨੂੰ ਕਿਹਾ, ਲੇਕਿਨ ਉਹ ਸਾਰੇ ਨਹੀਂ ਆਏ। ਤੇ 8 ਇੰਚ ਦੇ ਨੌਜਵਾਨ ਆਏ ਸਨ ਜੋ ਬਿਲਕੁਲ ਸਾਦਾ, ਉਹਨਾਂ ਨੂੰ ਕੁਝ ਨਹੀਂ ਆਂਦਾ ਸੀ। ਤੇ ਮੈਂ ਸਮਝ ਗਿਆ ਕਿ ਖੁਦਾ ਜਿਹੜਾ ਹੈ ਉਹਨੂੰ ਸਟਾਰਸ ਨਹੀਂ ਚਾਹੀਦੇ, ਉਹਨੂੰ ਨਿਕੰਮੇ ਲੋਕ ਚਾਹੀਦੇ ਨੇ ਤਾਂ ਕਿ ਉਹ ਕੰਮ ਕਰ ਸਕੇ। ਜਿਹੜੇ ਪਹਿਲੇ ਤੋਂ ਭਰੇ ਨੇ ਉਹਨਾਂ ਨੇ ਕੀ ਹੋਰ ਕੰਮ ਕਰਨਾ। ਤੇ ਇਸ ਲਈ ਅਕਸਰ ਅਸੀਂ ਕਹਿੰਦੇ ਹਾਂ ਕਿ ਖਾਲੀ ਕਰਨਾ ਆਪਣੇ ਆਪ ਨੂੰ ਬੜਾ ਜ਼ਰੂਰੀ ਹੈ। ਤੇ ਖੁਦਾਵੰਦ ਦਾ ਸ਼ੁਕਰ ਹੈ ਕਿ ਉਹ ਨੌਜਵਾਨ ਉਹ ਚਾਹੁੰਦੇ ਨੇ ਕਿ ਖੁਦਾ ਉਹਨਾਂ ਨੂੰ ਇਸਤੇਮਾਲ ਕਰੇ। ਤੇ ਸਾਡੇ ਇਸ ਇਲਾਕੇ ਦੇ ਚੱਕ ਜਲਾਲਦੀਨ ਦੇ ਕ੍ਰਿਸਚੀਅਨ ਕਾਲੋਨੀ ਦੇ ਜਿੰਨੇ ਨੌਜਵਾਨ ਨੇ, ਮੈਂ ਇੱਕ ਚੀਜ਼ ਵੇਖੀ ਹੈ, ਉਹ ਵੇਟ ਕਰਦੇ ਨੇ ਖਾਦਮਾਂ ਦੀ, ਇੰਨੀ ਇੱਜ਼ਤ ਕਰਦੇ ਨੇ। ਉਹ ਕਹਿੰਦੇ ਨੇ ਕਿ ਖਾਦਮ ਸਾਨੂੰ ਕਿਧਰੇ ਵੀ ਕਿਸੇ ਕੰਮ ਵਾਸਤੇ ਇਸਤੇਮਾਲ ਕਰ ਲੈਣ। ਲੇਕਿਨ ਇੱਕ ਜਿਹੜਾ ਮਸਲਾ ਹੈ, ਖਾਦਮ ਕਨਵੈਨਸ਼ਨਾਂ ਤੇ ਤਾਂ ਇਸਤੇਮਾਲ ਕਰਦੇ ਨੇ, ਲੇਕਿਨ ਕਈ ਨਾ ਕਈ ਨੌਜਵਾਨਾਂ ਦੇ ਦਿਲ ਯਿਸੂ ਦੇ ਨਾਲ ਨਹੀਂ ਜੋੜ ਪਾਉਂਦੇ। ਇਹ ਥੋੜੀ ਕਮਜ਼ੋਰੀ ਹੈ, ਉਹ ਖਿਦਮਤ ਵਾਸਤੇ ਤਿਆਰ ਨੇ, ਕਰਨਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਕਿਉਂਕਿ ਮੈਂ ਕੱਲ ਵੀ ਨੌਜਵਾਨਾਂ ਦੇ ਨਾਲ ਆਪਣੀ ਗੱਲ ਕਰ ਰਿਹਾ ਸੀ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਟੇਜ ਤੇ ਵੀ ਆ ਜਾਓ, ਤੁਸੀਂ ਪਲੇ ਕਰ ਰਹੇ ਹੋ, ਤੁਸੀਂ ਡਰਮ ਕੋਈ ਪਲੇ ਕਰ ਰਿਹਾ, ਕੋਈ ਕੁਝ ਕਰ ਰਿਹਾ, ਕੋਈ ਮੀਟਿੰਗ ਲੀਡ ਕਰ ਰਿਹਾ, ਲੇਕਿਨ ਤੁਹਾਡਾ ਅਗਰ ਅਸਲ 'ਚ ਯਿਸੂ ਦੇ ਨਾਲ ਆਪਣਾ ਜ਼ਾਤੀ ਰਿਲੇਸ਼ਨਸ਼ਿਪ ਨਹੀਂ ਹੈ ਤੇ ਤੁਸੀਂ ਖੋ ਦਵੋਗੇ ਸਭ ਕੁਝ। ਹਾਲੇਲੂਇਆ। ਯਾਨੀ ਕਿ ਤੁਹਾਡਾ ਬੋਝ ਹੈ, ਤੁਹਾਡੇ ਅੰਦਰ ਦਰਦ ਹੈ ਕਿ ਉਹਨਾਂ ਦਾ ਰਿਸ਼ਤਾ ਮਜ਼ਬੂਤ ਯਿਸੂ ਦੇ ਨਾਲ ਹੋ ਜਾਵੇ। ਬਿਲਕੁਲ ਇਨਕਾਊਂਟਰ ਹੋਣਾ ਬੜਾ ਜ਼ਰੂਰੀ ਹੈ, ਯਿਸੂ ਦੇ ਨਾਲ ਮੁਲਾਕਾਤ ਹੋਣਾ ਜ਼ਰੂਰੀ ਹੈ। ਬਹੁਤ ਜ਼ਰੂਰੀ ਹੈ। ਮੈਨੂੰ ਹੁਣ ਪਤਾ ਹੈ ਤੁਸੀਂ ਨੀਲਾ ਸ਼ਲਵਾਰ ਕਮੀਜ਼ ਪਾਇਆ ਤੇ ਮੈਂ ਦੱਸ ਸਕਣਾ, ਅਸੀਂ ਉਹਨੂੰ ਵੇਖਿਆ ਹੀ ਨਹੀਂ, ਉਹਦੇ ਬਾਰੇ 'ਚ ਅਸੀਂ ਕਲਾਮ ਨੂੰ ਪੜ੍ਹਦੇ ਨਹੀਂ ਆ, ਤੇ ਕਿਸ ਤਰ੍ਹਾਂ ਦੱਸ ਸਕਦੇ ਕਿ ਸਾਡਾ ਯਿਸੂ ਇਸ ਤਰ੍ਹਾਂ ਦਾ, ਤੇ ਵਰਸ਼ਿਪ ਅਸੀਂ ਕਿਸ ਤਰ੍ਹਾਂ ਕਰ ਸਕਦੇ। ਤੇ ਉਹਦੇ ਬਾਰੇ 'ਚ ਜਾਣਨ ਵਾਸਤੇ ਸਾਨੂੰ ਕਲਾਮ ਪੜ੍ਹਨਾ ਬੜਾ ਜ਼ਰੂਰੀ ਹੈ, ਤੇ ਦੁਆ 'ਚ ਝੁਕਣਾ ਬੜਾ, ਘੁਟਨਿਆਂ ਦੇ ਬਲ ਹੋ ਕੇ ਯਿਸੂ ਦੇ ਕਦਮਾਂ 'ਚ ਝੁਕਣਾ ਜ਼ਰੂਰੀ ਹੈ। ਹਾਲੇਲੂਇਆ, ਹਾਲੇਲੂਇਆ।
ਭਾਈ ਸਾਹਿਬ ਨੌਜਵਾਨ ਹੋ ਤੁਸੀਂ ਔਰ ਖੂਬਸੂਰਤ ਵੀ ਹੋ ਤੁਸੀਂ ਵੀ ਭਾਈ ਸਾਹਿਬ ਬਹੁਤ ਨੌਜਵਾਨ ਹੋ ਖੁਦਾ ਦਾ ਤੇ ਇੱਕ ਸ਼ੁਕਰ ਗੱਲ ਜ਼ਰੂਰ ਅਸੀਂ ਨਾਜ਼ਰੀਨ ਦੇ ਸਾਹਮਣੇ ਪੁੱਛਣਾ ਚਾਹਾਂਗੇ ਕਿ ਵਿਆਹ ਕੀਤਾ ਹੈ? ਖੁਦਾਵੰਦ ਦੇ ਫਜ਼ਲ ਦੇ ਨਾਲ ਸ਼ੁਕਰ ਹੈ ਜੀ ਅੱਛਾ ਵਿਆਹ ਕੀਤਾ ਹੈ। ਹਾਂਜੀ ਕਲਾਮ ਚ ਲਿਖਿਆ ਜਿੰਨੂੰ ਬੀਵੀ ਮਿਲੀ ਉਹਨੂੰ ਤੋਹਫਾ ਮਿਲਾ ਹਾਲੇਲੂਇਆ ਹਾਲੇਲੂਆ। ਤੇ ਕਿੰਨੇ ਬੱਚੇ ਨੇ ਭਾਈ ਸਾਹਿਬ? ਮੇਰੇ ਇੱਕ ਬੇਟੀ ਇੱਕ ਬੇਟਾ ਦੋ ਬੱਚੇ ਨੇ? ਦੋ ਬੱਚੇ ਨੇ ਹਾਂਜੀ। ਅੱਛਾ ਉਹਨਾਂ ਦੇ ਨਾਮ? ਅਮਜ਼ਾਇਆ ਡੈਨੀਅਲ ਨਾਂ ਰੱਖਿਆ। ਅਮਜ਼ਾਇਆ ਦਾ ਮਤਲਬ ਹੈ ਦ ਗॉड ਇਜ਼ ਮਾਈ ਸਟਰੈਂਥ, ਖੁਦਾਵੰਦ ਯਹੋਵਾ ਮੇਰੀ ਕੂਵਤ ਹੈ, ਤੇ ਦਾਨੀਅਲ ਦਾ ਮਤਲਬ ਹੈ ਖੁਦਾਵੰਦ ਹੀ ਮੇਰਾ ਮੁਨਸਿਫ ਹੈ। ਹਾਲੇਲੂਇਆ ਹਾਲੇਲੂਇਆ। ਆਰਿਆ ਬੇਟੀ ਦਾ ਨਾਮ ਆਰਿਆ ਰੱਖਾ ਹੈ। ਆਰਿਆ ਇਬਰਾਨੀ ਜ਼ਬਾਨ ਦਾ ਮਤਲਬ ਤੇ ਯਹੋਵਾ ਦੀ ਸ਼ੇਰਨੀ। ਹਾਲੇਲੂਇਆ ਇਹਦਾ ਮਤਲਬ ਹੈ ਹਾਲੇਲੂਇਆ। ਆਰਿਆ। ਮਤਲਬ ਤੁਸੀਂ ਖਾਦਮ ਹੋ ਔਰ ਤੁਸੀਂ ਆਪਣੇ ਬੱਚਿਆਂ ਦੇ ਵੀ ਨਾਂ ਜਿਹੜੇ ਨੇ ਬਿਬਲੀਕਲ ਰੱਖੇ ਨੇ। ਹਾਲੇਲੂਇਆ। ਮੈਂ ਸਮਝਣਾ ਕਿ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਕਈ ਵਾਰੀ ਸਾਡੇ ਬੱਚਿਆਂ ਦੇ ਨਾਂ ਮੈਂ ਸਮਝਣਾ ਕਿ ਅਸੀਂ ਮਾਸ਼ਰਤੀ ਨਾਂ ਰੱਖਨੇ ਆ। ਬਾਈਬਲ ਮੁਕੱਦਸ ਦੇ ਵਿੱਚ ਇੰਨੇ ਖੂਬਸੂਰਤ ਨਾਂ ਨੇ ਕਿ ਅਸੀਂ ਉਹ ਇਸਤੇਮਾਲ ਕਰ ਸਕਨੇ ਆ, ਕਿਉਂ ਨਹੀਂ ਅਸੀਂ ਰੱਖ ਸਕਨੇ ਆ। ਭਾਈ ਸਾਹਿਬ ਸਾਡੀ ਭੈਣ ਜਿਹੜੀ ਹੈ ਬੂਆ ਜੀ ਜਿਹੜੇ ਨੇ ਤੇ ਉਹਨਾਂ ਦਾ ਖਿਦਮਤ ਵਿੱਚ ਕੀ ਹਿੱਸਾ ਹੈ? ਉਹ ਕੰਮ ਕਰ ਰਹੇ ਨੇ ਇੱਕ ਤੇ ਹੁਣ ਜੋ ਜਰਮਨ ਐਮਬੈਸੀ 'ਚ ਕੰਮ ਕਰ ਰਹੇ ਨੇ, ਖੁਦਾਵੰਦ ਨੇ ਬੜਾ ਉਹਨਾਂ ਨੂੰ ਇੱਕ ਅੱਛੀ ਜਗ੍ਹਾ ਤੇ ਰੱਖਿਆ ਹੈ। ਉਹਦੇ ਬਾਅਦ ਅਸੀਂ ਸੰਡੇ ਸਕੂਲ ਦਾ ਜਿਹੜਾ ਸਭ ਕੁਝ ਹੈ ਉਹ ਉਹਨਾਂ ਨੇ ਸੰਭਾਲਿਆ ਹੈ, ਤੇ ਹਰ ਬੁੱਧ ਜਿਹੜੀ ਹੈ ਇੱਕ ਸੰਡੇ ਸਕੂਲ ਦੀ ਵੀ ਸਾਡੀ ਕਲਾਸ ਹੁੰਦੀ ਹੈ, ਤੇ ਉਹੀ ਸਾਰੇ ਟੀਚਰਸ ਦੇ ਨਾਲ ਮਿਲ ਕੇ ਸਭ ਕੁਝ ਉਹ ਕਰ ਰਹੇ ਨੇ। ਫਿਰ ਬੜੀ ਅੱਛੀ ਲਿਖਦੇ ਨੇ, ਲਿਖਦੇ ਬਹੁਤ ਅੱਛੇ ਨੇ, ਲਿਖਣ ਦੀ ਵੀ ਨਿਮਤ ਹੈ। ਹਾਂਜੀ। ਤੇ ਮੀਟਿੰਗ ਲੀਡ ਕਰਦੇ ਰਹੇ ਨੇ, ਪਹਿਲੇ ਵੀ ਸ਼ਾਦੀ ਤੋਂ ਪਹਿਲੇ ਵੀ ਆਪਣੇ ਚਰਚ 'ਚ ਜਿੱਥੋਂ ਆਏ ਨੇ ਉੱਥੇ ਵੀ ਉਹ ਮੀਟਿੰਗਸ ਲੀਡ ਕਰਦੇ ਸਨ, ਤੇ ਖੁਦਾਵੰਦ ਦਾ ਸ਼ੁਕਰ ਹੈ ਕਿ ਹੁਣ ਤੇ ਕਲਾਮ ਦੀ ਖਿਦਮਤ ਵੀ ਉਹਨਾਂ ਨੇ। ਹਾਲੇਲੂਇਆ ਹਾਲੇਲੂਇਆ। ਔਰ ਮੈਂ ਇੱਥੇ ਜ਼ਰੂਰ ਕਵਾਂਗਾ ਨਾਜ਼ਰੀਨ ਕਿ ਜਦੋਂ ਅਸੀਂ ਖਾਦਮ ਆ ਤੇ ਸਾਨੂੰ ਚਾਹੀਦਾ ਹੈ ਕਿ ਸਾਡੀਆਂ ਜਿਹੜੀਆਂ ਬੀਵੀਆਂ ਨੇ ਉਹ ਵੀ ਸਾਡੀ ਖਿਦਮਤ ਵਿੱਚ ਸਾਡਾ ਸਾਥ ਦੇਣ। ਨਾਜ਼ਰੀਨ ਇੱਥੇ ਇੱਕ ਵੇਲਾ ਹੋ ਗਿਆ ਵਕਫੇ ਦਾ, ਤੇ ਇੱਥੇ ਅਸੀਂ ਇੱਕ ਛੋਟਾ ਜਿਹਾ ਵਕਫਾ ਲਾਂਗੇ। ਵਕਫੇ ਤੋਂ ਬਾਅਦ ਫਿਰ ਅਸੀਂ ਆਵਾਂਗੇ। ਸਾਡੇ ਨਾਲ ਨੇ ਪਾਦਰੀ ਹਾਰੂਨ ਜਾਰਜ, ਇਹਨਾਂ ਦੀਆਂ ਮਿੱਠੀਆਂ ਤੇ ਸੋਹਣੀਆਂ ਸੋਹਣੀਆਂ ਗੱਲਾਂ ਅਸੀਂ ਸੁਣ ਰਹੇ ਹਾਂ, ਤੇ ਤੁਸੀਂ ਉਨੀ ਦੇਰ ਤੱਕ ਕਿਧਰੇ ਜਾਣਾ ਨਹੀਂ, ਵੇਖਦਾ ਰਹਿਣਾ ਪ੍ਰੋਗਰਾਮ ਸੁੱਚੇ ਮੋਤੀ। ਭਾਈ ਸਾਹਿਬ ਤੁਹਾਡੀਆਂ ਬੜੀਆਂ ਖੂਬਸੂਰਤ ਗੱਲਾਂ ਅਸੀਂ ਸੁਣੀਆਂ ਨੇ। ਨਾਜ਼ਰੀਨ ਇਸ ਤੋਂ ਪਹਿਲੇ ਅਸੀਂ ਵਕਫੇ ਤੇ ਸਾਂ, ਤੇ ਵਕਫੇ ਤੋਂ ਬਾਅਦ ਅਸੀਂ ਆਏ ਹਾਂ ਤੇ ਖੁਦਾ ਦੇ ਖਾਦਮ ਦੇ ਨਾਲ ਅਸੀਂ ਬੜੀਆਂ ਚੰਗੀਆਂ ਚੰਗੀਆਂ ਗੱਲਾਂ ਪੇ ਕਰਨੇ ਸਾਂ। ਤੇ ਪਾਦਰੀ ਸਾਹਿਬ ਸਾਡੀ ਜਿਹੜੀ ਭੈਣ ਹੈ, ਜਦੋਂ ਤੁਸੀਂ ਖਿਦਮਤ ਲਈ ਜਾਂਦੇ ਹੋ ਤੇ ਕਦੀ ਉਹ ਘਰ ਹੁੰਦੇ ਨੇ ਤੇ ਕਦੀ ਇੰਜ ਵੀ ਹੋਇਆ ਕਿ ਤੁਹਾਡੀ ਖਿਦਮਤ ਤੋਂ ਤੰਗ ਪਏ ਹੋਣ, ਕਿਉਂਕਿ ਦੇਰ ਸਵੇਰ ਤੇ ਹੋ ਹੀ ਜਾਂਦੀ ਹੈ ਖਿਦਮਤ ਦੇ ਵਿੱਚ? ਤੁਸੀਂ ਸਹੀ ਗੱਲ ਕੀਤੀ ਹੈ ਕਿ ਮੈਂ ਇਸ ਮਾਮਲੇ 'ਚ ਖੁਦਾਵੰਦ ਦਾ ਬੜਾ ਹੀ ਫਜ਼ਲ ਹੈ ਕਿ ਉਹ ਇੱਕ ਚੀਜ਼ ਜਾਣਦੇ ਨੇ ਕਿ ਕਦੀ ਮੁਸ਼ਕਿਲ ਆਂਦੀ ਹੈ, ਲੇਕਿਨ ਉਹ ਇਸ ਗੱਲ ਨੂੰ ਸਮਝਦੇ ਨੇ ਕਿ ਇਹ ਕੰਮ ਹੋ ਕੇ ਦੇ ਲਈ ਰਿਹਾ, ਇਹ ਖੁਦਾਵੰਦ ਦੇ ਆਸਤੇ ਗਏ ਹੋਏ ਨੇ, ਕਿ ਮਤਲਬ ਆਪਣੇ ਜ਼ਾਤੀ ਕੰਮ ਵਾਸਤੇ ਨਹੀਂ। ਕਈ ਦਫਾ ਜਦੋਂ ਅਸੀਂ ਕੰਮ ਤੋਂ 5-5 6-6 ਦਿਨ ਅਸੀਂ ਅਗਰ ਬਾਹਰ ਆ ਤੇ ਕਈ ਦਫਾ ਮੈਂ ਆਪਣੇ ਬੱਚਿਆਂ ਨੂੰ ਵੀ ਮਿਸ ਕਰਨਾ, ਤੇ ਮੈਂ ਅਕਸਰ ਕਹਿਣਾ ਕਿ ਖੁਦਾਵੰਦ ਅਸੀਂ ਦੂਜਿਆਂ ਦੇ ਬੱਚਿਆਂ ਨੂੰ ਸੇਵ ਕਰ ਰਹੇ ਹਾਂ, ਤੇ ਖੁਦਾਵੰਦ ਦਾ ਸ਼ੁਕਰ ਹੈ ਤੂੰ ਸਾਡੇ ਬੱਚਿਆਂ ਨੂੰ ਸੰਭਾਲ ਲੈ। ਤੇ ਮੈਂ ਇੱਥੇ ਜ਼ਰੂਰ ਜ਼ਿਕਰ ਕਰਨਾ ਚਾਹਾਂਗਾ ਮੇਰੇ ਮਾਪਿਓ, ਉਹ ਵੀ ਜਦੋਂ ਅਸੀਂ ਦੋਵਾਂ ਖਿਦਮਤ ਵਾਸਤੇ ਨਿਕਲਨੇ, ਕਿਉਂਕਿ ਛੋਟੇ ਨੇ ਬੱਚੇ, ਤੇ ਉਹ ਵੀ ਬੱਚਿਆਂ ਨੂੰ ਸੰਭਾਲਦੇ ਨੇ, ਤੇ ਉਹ ਉਦੋਂ ਖਿਦਮਤ ਵਾਸਤੇ ਜ਼ਰਾ ਰੁਕ ਜਾਂਦੇ ਨੇ। ਹਾਲੇਲੂਇਆ ਹਾਲੇਲੂਇਆ। ਤੇ ਸਾਡੀ ਭੈਣ ਲੱਗਦਾ ਕਿ ਬੜੇ ਖੂਬਸੂਰਤ ਖਾਣੇ ਬਣਾਉਂਦੀ ਹੋਏਗੀ, ਉਹਨਾਂ ਦਾ ਪਸੰਦ ਹੈ ਜਾਂ ਬਾਹਰੋਂ ਪਸੰਦ ਹੈ ਤੁਹਾਨੂੰ? ਦੋਵੇਂ ਪਸੰਦ ਨੇ ਜੀ। ਵੀ ਬਹੁਤ ਈਟਿੰਗ ਖਾਦਮ ਖਿਦਮਤ ਵਾਸਤੇ ਜਦੋਂ ਬਾਹਰ ਜਾਂਦੇ ਆ ਤੇ ਕਈ ਵਾਰੀ ਕਲੀਸਿਆ ਦੇ ਘਰ ਵੀ ਰਫਾਕਤ ਰੱਖਣੀ ਪੈ ਜਾਂਦੀ ਹੈ। ਕਲੀਸਿਆ ਦੇ ਘਰਾਂ 'ਚ ਨਾ ਤੇ ਮੈਨੂੰ ਥੋੜਾ ਜਿਹਾ ਹੁਣ ਮੈਂ, ਕਿਉਂਕਿ ਜਦੋਂ ਮੈਂ ਖਿਦਮਤ ਦਾ ਆਗਾਜ਼ ਕੀਤਾ ਪ੍ਰੈਕਟੀਕਲੀ ਉਸ ਸਾਲੇ ਪਾਸੇ, ਤੇ ਮੈਂ ਇੱਕ ਦਿਨ 'ਚ ਕੋਈ 30-40-35 ਚਾਵਾਂ ਵੀ ਪੀਤੀਆਂ ਨੇ, ਤੇ ਮੈਂ ਬੜਾ ਪਤਲਾ ਜਿਹਾ ਹੋਣਾ ਸਾਂ, ਤੇ ਮੈਂ ਫਿਰ ਫੈਲਦਾ ਗਿਆ, ਤੇ ਹੁਣ ਮੈਂ ਜ਼ਰਾ ਕੰਟਰੋਲ ਕਰ ਦਾਂਗਾ, ਨਹੀਂ ਬਾਹਰ ਨਹੀਂ ਖਾਣਾ ਅਸੀਂ, ਹਾਂ, ਤੇ ਘਰ ਹੀ ਜ਼ਿਆਦਾ ਖਾਂਦੇ ਹੋ। ਭਾਈ ਸਾਹਿਬ ਤੁਹਾਨੂੰ ਗੇਮ ਕਿਹੜੀ ਪਸੰਦ ਹੈ, ਮਤਲਬ ਖੇਡਣਾ ਕੀ ਪਸੰਦ ਕਰਦੇ ਹੋ? ਕ੍ਰਿਕਟ ਖੇਡਣਾ ਪਸੰਦ ਕਰਨਾ, ਜ਼ਿਆਦਾ ਕ੍ਰਿਕਟ ਖੇਡਣਾ ਪਸੰਦ ਕਰਦੇ ਹੋ, ਤੇ ਉਹਦੇ ਵਿੱਚ ਤੁਸੀਂ ਬੈਟਿੰਗ ਕਰਦੇ ਸੋ ਜਾਂ ਬੋਲਿੰਗ ਕਰਦੇ ਸੋ? ਮੈਂ ਬਕਾਇਦਾ ਮੇਰੇ ਦਿਲ 'ਚ ਇਰਾਦਾ ਸੀ ਕਿ ਮੈਂ ਪਾਕਿਸਤਾਨੀ ਟੀਮ 'ਚ ਵੀ ਆਵਾਂ। ਅੱਛਾ, ਇਹ ਤੁਹਾਡੀ ਖਾਹਿਸ਼ ਸੀ ਕਿ ਇੰਟਰਨੈਸ਼ਨਲ ਲੈਵਲ ਤੇ ਵੀ। ਤੇ ਮੈਨੂੰ ਯਾਦ ਹੈ ਕਿ ਅਸੀਂ ਟੈਂਟ 'ਚ ਰਹਿੰਦੇ ਸਾਂ, ਤੇ ਰਾਤੀ ਅਕਸਰ ਅਸੀਂ ਉੱਤੇ ਕਰਦੇ, ਮੇਰੀ ਬੜੀ ਭੈਣ ਜਿਹੜੀ ਨੇ ਉਹ ਅਕਸਰ ਮੇਰੇ ਇੰਟਰਵਿਊ ਲੈ ਰਹੇ ਹੁੰਦੇ ਸਨ, ਠੀਕ ਹੈ, ਤੇ ਅਸੀਂ ਇਸ ਤਰ੍ਹਾਂ ਪ੍ਰੈਕਟਿਸ ਚੱਲ ਰਹੀ ਸੀ, ਤੇ ਪ੍ਰੋਫੈਸ਼ਨਲੀ ਵੀ ਖੇਡਿਆ ਵੀ। ਤੇ ਭਾਈ ਸਾਹਿਬ ਚੰਗੇ ਸਕੋਰ ਵਗੈਰਾ ਬਣਾਉਂਦੇ ਹੁੰਦੇ ਸੋ ਤੁਸੀਂ? ਹਾਂਜੀ, ਬੜਾ ਅੱਛਾ ਖੇਡ ਲੈਣਾ ਸੀ ਮੈਂ। ਅੱਛਾ, ਖੁਦਾ ਨੇ ਤੇ ਤੁਹਾਨੂੰ ਖਿਦਮਤ 'ਚ ਲੈਣਾ ਸੀ, ਹਾਂਜੀ, ਪਾਦਰੀ ਬਣਾ ਦਿੱਤਾ,
ਲੇਕਿਨ ਕਈ ਵਾਰੀ ਅੰਦਰ ਵੀ ਕੋਈ ਖਾਹਿਸ਼ ਹੁੰਦੀ ਏ ਕਿ ਮੈਂ ਕੁਝ ਬਣਾ। ਤੁਹਾਡੀ ਆਪਣੀ ਕੀ ਖਾਹਿਸ਼ ਸੀ, ਯਾਨੀ ਕਿ ਇੱਕ ਜਿਸਮਾਨੀ ਖਾਹਿਸ਼ ਕੀ ਸੀ? ਮੈਂ ਕਦੀ ਵੀ ਨਾ ਖਿਦਮਤ 'ਚ ਨਹੀਂ ਆਉਣਾ ਚਾਹੁੰਦਾ ਸਾਂ। ਮੇਰੇ ਵੱਡੇ ਭੈਣ ਭਰਾ ਸਨ ਤੇ ਮੈਂ ਚਾਹੁੰਦਾ ਸਾਂ ਕਿ ਕੋਈ ਬਿਜ਼ਨਸ ਅਸੀਂ ਸ਼ੁਰੂ ਕਰੀਏ, ਕਿਉਂਕਿ ਅਕਸਰ ਇਹ ਗੱਲ ਬੜੀ ਸੁਣਨ ਵਾਲੀ ਕਿ ਜਦੋਂ ਅਸੀਂ ਛੋਟੇ ਸਾਂ ਨਾ ਤੇ ਕਿਸੇ ਨੇ ਵੇਖਣਾ ਇਹ ਜੀਨਸ ਪਾਈਏ, ਇਹ ਵੇਖੋ ਜੀ ਪਾਦਰੀ ਦਾ ਮੁੰਡਾ, ਇਹਨੇ ਬਾਲਾਂ ਇਹ ਪਾਦਰੀ ਦਾ ਮੁੰਡਾ। ਤੇ ਅਸੀਂ ਕਾਫੀ ਕੁਝ ਸੁਣਿਆ ਸੀ, ਮੈਨੂੰ ਅੱਛਾ ਨਹੀਂ ਲੱਗਦਾ, ਮੈਂ ਘਰ 'ਚ ਛੋਟਾ ਸਾਂ, ਲੇਕਿਨ ਵਿੱਚ ਸਾਡੇ ਐ ਸੀ ਪੂਰਾ ਦਿਲ 'ਚ ਪੱਕਾ ਪਤਾ ਸੀ ਕਿ ਇੱਕ ਦਿਨ ਖਿਦਮਤ 'ਚ ਆਣਾ ਤੇ ਸਟੇਜ ਤੇ ਆਣੇ ਦਾ ਕਾਫੀ ਘਬਰਾਨਾ ਵੀ ਸਾਂ ਮੈਂ। ਤੇ ਮੈਂ ਕਹਿ ਰਿਹਾ ਕਿ ਨਹੀਂ ਮੈਂ ਨਹੀਂ ਆਣਾ। ਤੇ ਮੈਨੂੰ ਯਾਦ ਹੈ ਕਿ ਮੈਂ ਆਪਣੇ ਵਾਲਿदैन ਨੂੰ ਵੀ ਕਹਿ ਦਿੱਤਾ ਤੇ ਉਹਨਾਂ ਨੇ ਕਿ ਬੇਟਾ ਦੁਆ ਕਰ। ਕਦੀ ਉਹਨਾਂ ਨੇ ਇਹ ਨਹੀਂ ਕੀਤਾ ਕਿ ਬਈ ਅਸੀਂ ਚਰਚ ਲਾਣਾ ਹੈ ਤੇ ਤੂੰ ਵੀ ਸਟੇਜ ਤੇ ਆ। ਮੈਨੂੰ ਯਾਦ ਹੈ ਕਿ ਖੁਦਾ ਕਿਸ ਤਰ੍ਹਾਂ ਮੈਨੂੰ ਖਿੱਚ ਕੇ ਲੈ ਆਇਆ ਖਿਦਮਤ। ਇਹ ਖੁਦਾ ਦੀ ਮਰਜ਼ੀ ਸੀ ਕਿ ਉਹ ਤੁਹਾਨੂੰ ਖਿਦਮਤ ਲਈ ਇਸਤੇਮਾਲ ਕਰੇ। ਹਾਲੇਲੂਇਆ। ਨਾਜ਼ਰੀਨ, ਬਹੁਤ ਖੂਬਸੂਰਤ ਔਰ ਮਿੱਠੀਆਂ ਮਿੱਠੀਆਂ ਗੱਲਾਂ ਤੁਸੀਂ ਖੁਦਾ ਦੇ ਖਾਦਮ ਹਾरून ਜਾਰਜ ਕੋਲੋਂ ਸੁਣੀਆਂ ਔਰ ਬੜਾ ਸਾਨੂੰ ਮਜ਼ਾ ਆਇਆ। ਤੇ ਨਾਜ਼ਰੀਨ, ਹੁਣ ਇਹ ਵੇਲਾ ਹੋ ਗਿਆ ਕਿ ਅਸੀਂ ਖੁਦਾ ਦੇ ਕਲਾਮ ਦੇ ਵਿੱਚੋਂ ਅੱਜ ਜਿਹੜੇ ਸੁੱਚੇ ਮੋਤੀ ਖੁਦਾ ਦੇ ਕਲਾਮ ਦੇ ਨੇ ਉਹ ਇਸ ਖਾਦਮ ਦੇ ਵਸੀਲਾ ਨਾਲ ਸੁਣੀਏ। ਤੇ ਆਈਏ ਫਿਰ ਅਸੀਂ ਆਪਣੇ ਸਿਰਾਂ ਨੂੰ ਝੁਕਾਈਏ। ਭੈਣਾਂ ਨੂੰ ਖਾਸ ਮੈਂ ਦਰਖਾਸਤ ਕਰਨਾ ਹੁੰਦਾ ਕਿ ਆਪਣੇ ਸਿਰਾਂ ਤੇ ਲੀੜੇ ਲੈ ਲਓ ਤੇ ਬੱਚੇ ਬੁੱਢੇ ਜਵਾਨ ਬੜੀ ਸੰਜੀਦਗੀ ਦੇ ਨਾਲ ਜਿਹੜੇ ਸਾਨੂੰ ਵਹਿੰਦੇ ਨੇ ਪਏ ਆਪਣੇ ਸਿਰਾਂ ਨੂੰ ਝੁਕਾਓ, ਹੱਥ ਚੁੱਕੋ ਤੇ ਕਲਾਮ ਲਈ ਦੁਆ ਮੰਗੀਏ ਤਾਂ ਕਿ ਇਹ ਕਲਾਮ ਸਾਡੀ ਅਹਿਮ ਜ਼ਰੂਰਤ ਬਣ ਜਾਏ ਔਰ ਸਾਡੀ ਜ਼ਿੰਦਗੀ 'ਚ ਜਿਹੜੀਆਂ ਕਮਜ਼ੋਰੀਆਂ ਨੇ ਉਹਨਾਂ ਨੂੰ ਕੱਢੇ ਤੇ ਇਹ ਕਲਾਮ ਸਾਡੇ ਖਾਨਦਾਨਾਂ ਵਾਸਤੇ ਬਰਕਤ ਦਾ ਬਾਇਸ ਹੋਏ। ਆਓ ਅਸੀਂ ਦੁਆ ਮੰਗੀਏ। ਆਸਮਾਨੀ ਪਿਤਾ, ਮੈਂ ਤੇਰਾ ਸ਼ੁਕਰ ਕਰਨਾ ਤੇਰੇ ਪੁੱਤਰ ਸਾਡੇ ਖੁਦਾਵੰਦ ਯਿਸੂ ਅਲ ਮਸੀਹ ਲਈ ਜਿਹੜਾ ਵਾਕਈ ਸਾਡਾ ਨਜਾਤ ਦਹਿੰਦਾ ਹੈ ਤੇ ਜਿਹਦੇ ਤੇ ਅਸੀਂ ਈਮਾਨ ਲਿਆਉਣ ਦੇ ਵਸੀਲਾ ਨਾਲ ਐ ਬਾਪ ਅਸੀਂ ਤੇਰੇ ਪੁੱਤਰ ਬਣ ਜਾਂਦੇ ਆ ਔਰ ਉਸੇ ਬਾਦਸ਼ਾਹੀ 'ਚ ਦਾਖਲ ਹੋ ਜਾਂਦੇ ਆ ਜਿਹਦਾ ਵਾਅਦਾ ਤੂੰ ਸਾਡੇ ਨਾਲ ਕੀਤਾ ਹੈ। ਅੱਜ ਤੇਰਾ ਖਾਦਮ ਜੋ ਵੀ ਤੇਰੇ ਕਲਾਮ ਦੇ ਵਿੱਚੋਂ ਬਿਆਨ ਕਰੇ ਉਹ ਕਲਾਮ ਬਹੁਤ ਸਾਰੇ ਜ਼ਿੰਦਗੀਆਂ ਵਾਸਤੇ ਬਰਕਤ ਦਾ ਬਾਇਸ ਬਣ ਜਾਏ, ਬਹੁਤ ਸਾਰੀਆਂ ਜ਼ਿੰਦਗੀਆਂ ਤਬਦੀਲ ਹੋ ਜਾਣ ਔਰ ਨੌਜਵਾਨ ਤਬਦੀਲ ਹੋ ਜਾਣ ਤਾਂ ਕਿ ਉਹ ਆਪਣੀਆਂ ਜ਼ਿੰਦਗੀਆਂ ਤੈਨੂੰ ਦੇ ਸਕਣ ਔਰ ਤੇਰੇ ਖਾਦਮ ਬਣ ਸਕਣ, ਮਜ਼ਬੂਤ ਖਾਦਮ ਬਣ ਸਕਣ, ਕਿਉਂਕਿ ਤੂੰ ਆਪੇ ਕਿਹਾ ਵੇ ਕਿ ਫਸਲ ਤੇ ਬੜੀ ਏ ਪਰ ਕੱਟਣ ਵਾਲੇ ਘੱਟ ਨੇ। ਤੇ ਐ ਖੁਦਾ ਇਸ ਕਲਾਮ ਦੇ ਵਸੀਲਾ ਨਾਲ ਬਹੁਤ ਸਾਰੇ ਕੱਟਣ ਵਾਲੇ ਤਿਆਰ ਹੋ ਜਾਣ। ਸਭ ਕੁਝ ਮੰਗ ਲੈਂਦੇ ਆ ਤੇਰੇ ਪਾਕ ਤੇ ਪਵਿੱਤਰ ਨਾਂ ਦੇ ਵਿੱਚ, ਆਮੀਨ ਜੀ। ਅੱਜ ਦਾ ਕਲਾਮ ਨਾਜ਼ਰੀਨ ਅਸੀਂ ਪਾਦਰੀ ਹਾरून ਜਾਰਜ ਦੇ ਵਸੀਲਾ ਸੁਣਾਂਗੇ। ਕਲਾਮ ਦੇ ਜਿਹੜੇ ਸੁੱਚੇ ਮੋਤੀ ਨੇ ਤੁਹਾਡੀਆਂ ਤਾਲੀਆਂ ਦੇ ਵਿੱਚ ਅਸੀਂ ਉਹਨਾਂ ਨੂੰ ਵੈਲਕਮ ਕਰਨੇ ਆ ਜੀ। ਭਾਈ ਸਾਹਿਬ, ਕਲਾਮ ਮੁਕੱਦਸ 'ਚ ਅਸੀਂ ਜ਼ਬੂਰ ਦੀ ਪਹਿਲੀ ਕਿਤਾਬ ਵਿੱਚੋਂ ਜ਼ਬੂਰ 1 उर्दू च ਤੁਹਾਡੇ सामने मैं पढ़ांगा। मुबारक है वो आदमी जो शरीरों की सलाह पर नहीं चलता और ख़ताकारों की राह में खड़ा नहीं होता और ठठाबाजों की मजलिस में नहीं बैठता, बल्कि खुदावंद की शरीयत में उसकी खुशनूदी है और उसकी शरीयत पर दिन रात उसका ध्यान रहता है। वो उस दरख्त की मानिद होगा जो पानी की नदियों के पास लगाया गया है, जो अपने वक्त पर फलता है और जिसका पत्ता भी नहीं मुरझाता। सो जो कुछ वो करेगा बराबर होगा। शरीर ऐसे नहीं बल्कि वो भूसे की मानिद है जिसे हवा उड़ा ले जाती है। इसलिए शरीर अदालत में कायम ना रहेंगे, ना खताकार सादकों की जमायत में, क्योंकि खुदावंद सादकों की राह जानता है पर शरीरों की राह नाबूद हो जाएगी। आमीन। ਇਹ ਜਿਹੜਾ ਜ਼ਬੂਰ ਹੈ ਇਹ ਅਸਲ 'ਚ ਇੱਕ ਦੋ ਲੋਕਾਂ ਦੇ ਦਰਮਿਆਨ ਦੀ ਗੱਲ ਹੈ। ਸਾਦਕ ਕਿਸ ਤਰ੍ਹਾਂ ਟੁਰਦੇ ਨੇ ਤੇ ਸ਼ਰੀਰ ਕਿਸ ਤਰ੍ਹਾਂ ਟੁਰਦੇ ਨੇ, ਕਿਸ ਤਰ੍ਹਾਂ ਬਹਿੰਦੇ ਨੇ, ਕਿਸ ਤਰ੍ਹਾਂ ਖਲੋਂਦੇ ਨੇ। ਇਸ ਕਲਾਮ 'ਚ ਅਸੀਂ ਜਦੋਂ ਪਹਿਲੀ ਆਇਤ ਪੜ੍ਹਨੇ ਆ ਤਾਂ ਉੱਥੇ ਲਿਖਿਆ ਕਿ ਮੁਬਾਰਕ ਹੈ ਉਹ ਆਦਮੀ ਜਿਹੜਾ ਸ਼ਰੀਰਾਂ ਦੀ ਸਲਾਹ ਤੇ ਨਹੀਂ ਟੁਰਦਾ। ਅਸੀਂ ਅਕਸਰ ਸਾਨੂੰ ਵੇਖਣ ਦੀ ਜ਼ਰੂਰਤ ਹੈ ਕਿ ਅਸੀਂ ਕਿਹਦੀ ਸਲਾਹ ਲੈ ਰਹੇ ਹਾਂ ਤੇ ਖਤਾਕਾरों की राह में खड़ा नहीं होता, ਉਹ ਉਹਨਾਂ ਦੇ ਨਾਲ ਵੀ ਨਹੀਂ ਖਲੋਂਦਾ ਤੇ ਠੱਠਾਬਾਜ਼ों की मजलिस में नहीं बैठता अक्सर, बल्कि खुदावंद की शरीयत में उसकी खुशनूदी है और उसकी शरीयत पर दिन रात उसका ध्यान रहता है। खुदावंद ने यशवा ਨੂੰ ਕਿਹਾ ਕਿ ਸ਼ਰੀਅਤ ਦੀ ਇਹ ਕਿਤਾਬ ਤੇਰੇ ਮੂੰਹ ਤੋਂ ਨਾ ਹਟੇ, ਬਲਕਿ ਦਿਨ ਰਾਤ ਤੈਨੂੰ ਇਹਦਾ ਧਿਆਨ ਰਵੇ। ਤੇ ਜਦੋਂ ਸਾਨੂੰ ਸ਼ਰੀਅਤ ਦੀ ਕਿਤਾਬ ਸਾਡੇ ਸਾਹਮਣੇ ਲਾਅ ਜਿਹੜਾ ਸ਼ਰੀਅਤ ਹੈ, ਜਿਹੜਾ ਕਲਾਮ ਹੈ, ਉਹ ਸਾਡੇ ਕਾਨੂੰਨ ਸਾਡੇ ਸਾਹਮਣੇ ਹੈ ਤੇ ਸਾਨੂੰ ਉਹ ਚੱਲਣਾ ਸਿਖਾਉਂਦਾ ਹੈ, ਸਾਨੂੰ ਉਹ ਖੜੇ ਹੋਣਾ ਸਿਖਾਉਂਦਾ ਹੈ, ਸਾਨੂੰ ਉਹ ਬਹਿਣਾ ਸਿਖਾਉਂਦਾ ਹੈ। ਤੇ ਇਹ ਸਾਨੂੰ ਜਾਣਨ ਦੀ ਜ਼ਰੂਰਤ ਹੈ ਕਿ ਅਸੀਂ ਸ਼ਰੀਰ ਹਾਂ ਜਾਂ ਅਸੀਂ ਸਾਦਕ ਹਾਂ, ਅਸੀਂ ਕਿੰਝ ਦੀ ਜ਼ਿੰਦਗੀ ਚੱਲ ਰਹੇ ਹਾਂ, ਕਿ ਅਸੀਂ ਸਲਾਹ ਕਿੰਝ ਦੀ ਦੇ ਰਹੇ ਹਾਂ, ਕਿ ਅਸੀਂ ਸ਼ਰੀਰਾਂ ਵਾਲੀ ਸਲਾਹ ਤੇ ਨਹੀਂ ਦੇ ਰਹੇ ਹਾਂ, ਕਿਧਰੇ ਅਸੀਂ ਠੱਠਾ ਤੇ ਨਹੀਂ ਉਡਾ ਰਹੇ ਹਾਂ ਕਿਸੇ ਦਾ। ਜਦੋਂ ਅਸੀਂ ਕਿਹੜੀ ਮਜਲਿਸ 'ਚ ਬਹਿ ਰਹੇ ਹਾਂ, ਕਿ ਉਹ ਬਾਬਰਕਤ ਮਜਲਿਸ ਹੈ,
ਕਿ ਉੱਥੇ ਸ਼ਰਾਬਨੋਸ਼ੀ ਤਾਂ ਨਹੀਂ ਹੁੰਦੀ, ਜਾਂ ਉੱਥੇ ਖੁਦਾ ਦੇ ਕਲਾਮ ਦੀਆਂ ਗੱਲਾਂ ਹੁੰਦੀਆਂ ਨੇ, ਜਾਂ ਉੱਥੇ ਲੋਕਾਂ ਨੂੰ ਠੱਠਿਆਂ 'ਚ ਉਡਾਇਆ ਜਾ ਰਿਹਾ। ਕਿਉਂਕਿ ਤੁਹਾਨੂੰ ਪਤਾ ਹੈ ਜਦੋਂ ਨਿਕਲ ਕੇ ਆ ਰਹੇ ਸਨ ਮਿਸਰ ਤੋਂ, ਖੁਦਾ ਕੱਢ ਕੇ ਲੈ ਕੇ ਆਇਆ ਉਸ ਕੌਮ ਨੂੰ, ਇਸਰਾਇਲ ਨੂੰ, ਤੇ ਉਹ ਰਾਹ 'ਚ ਆ ਕੇ ਕਾਫੀ ਬੁੜਬੁੜਾਣਾ ਸ਼ੁਰੂ ਹੋ ਗਏ। ਇੰਨਾ ਬੁੜਬੁੜਾਏ ਕਿ ਖੁਦਾ ਨੇ ਕਿਹਾ ਜਿਹੜਾ ਜਿਸ ਤਰ੍ਹਾਂ ਤੁਹਾਡੇ ਕਿ ਮੈਂ ਸੁਣਿਆ ਹੈ ਤੁਹਾਡੇ ਨਾਲ ਉਹੀ ਹੋਏਗਾ, ਤੁਸੀਂ ਇੱਥੇ ਹੀ ਮਰੋਗੇ। ਤੇ ਉਹ ਉੱਥੇ ਹੀ ਮਰੇ। ਤੇ ਅੱਗੇ टुरने ਇੱਥੇ ਲਿਖਿਆ है वो उस दरख्त की मानिद होगा जो पानी की नदियों के पास लगाया गया। ऐसा दरख्त यूसुफ मुश्किलात तो लंघ ਰਿਹਾ ਸੀ। ਉਹ ਮੁxtਲਿਫ ਲਮਹਾਤ 'ਚ ਕਦੀ ਉਹ ਖੱਡੇ 'ਚ ਉਹਨੂੰ ਛੁੱਟ ਦਿੱਤਾ ਉਹਨੇ, ਫਿਰ ਉਹਨੂੰ ਵੇਚ ਦਿੱਤਾ ਪੋਤੀਫਾਰ ਦੇ ਘਰੋਂ, ਉਹ ਅੱਗੇ ਟੁਰ ਗਿਆ। ਉਹ ਉੱਥੇ ਉਹਨੇ ਗੁਨਾਹ ਨਹੀਂ ਕੀਤਾ ਲੇਕਿਨ ਫਿਰ ਵੀ ਉਹਨੂੰ ਜੇਲ੍ਹ 'ਚ ਉਹਨਾਂ ਨੇ ਘੱਲ ਦਿੱਤਾ। ਸੋ ਕਲਾਮ ਕਹਿੰਦਾ ਉਹਦੇ ਬਾਰੇ 'ਚ ਕਿ ਯੂਸੁਫ ਇੱਕ ਫਲਦਾਰ ਪੌਦਾ ਹੈ ਜਿਹਦੀਆਂ ਸ਼ਾਖਾਂ ਦੀਵਾਰ ਤੇ ਫੈਲੀਆਂ ਹੋਈਆਂ ਨੇ, ਤੇ ਤੀਰ ਅੰਦਾਜ਼ਾਂ ਨੇ ਉਹਨੂੰ ਬੜਾ ਮਾਰਾ ਸਤਾਇਆ ਲੇਕਿਨ ਉਹਨੇ ਖੁਦਾ ਦੇ ਕਾਦਰ ਮੁਤਲਕ ਯਹੋਵਾ ਕੋਲੋਂ ਕੁਵਤ ਪਾਈ। ਤੇ ਅਸੀਂ ਜਦੋਂ ਮੁਸ਼ਕਿਲਾਤ 'ਚੋਂ ਗੁਜ਼ਰਨੇ ਆ, ਸਾਦਿਕ ਜਦੋਂ ਗੁਜ਼ਰਦਾ ਹੈ ਤੇ ਉਹ ਕਾਇਮ ਰਹਿੰਦਾ ਹੈ ਉਸ ਦਰਖਤ ਦੀ ਮਾਨਦ ਹੈ। ਕਿਉਂਕਿ ਕੁਵਤ ਕਿੱਥੋਂ ਲੈ ਰਿਹਾ? ਉਹ ਉਸ ਦਰਿਆ ਕੋਲੋਂ ਜਿਹੜਾ ਜ਼ਿੰਦਗੀ ਦਾ ਪਾਣੀ ਖੁਦਾਵੰਦ ਯਿਸੂ ਮਸੀਹ ਹੈ। ਜਦੋਂ ਅਸੀਂ ਯਿਸੂ ਮਸੀਹ 'ਚ ਕਾਇਮ ਆ, ਫਿਰ ਤੂਫਾਨ ਆਣ, ਆਂਧੀਆਂ ਆਣ, ਸਾਡਾ ਇੱਕ ਪੱਤਾ ਵੀ ਨਹੀਂ ਮੁਰਝਾਏਗਾ। पर शरीर इंज दे नहीं ने, लिखा बल्कि वो भूसे की मानद हैं जिसे हवा उड़ा ले जाती है। साढ़े सामने बड़े शरीर मुख्तलिफ लोग वो कायम रहते हैं, तो साढ़ा अक्सर सवाल होता है कि यह जो गुनाह कर रहा है भी तो सही टुर रहा, लेकिन ओदा अंजाम हलाकत है। असी अगर खुदावंद दे विच टुरदे रहने आ ते खुदावंद दी तलाश करने आ, ते जिन्हां चीज़ां पिछे असी नस रहे हैं, दौड़ रहे हैं, जिन्हां पिछे असी खलोते रहने आ, ਉਹ ਸਾਡੇ ਪਿੱਛੇ ਆਪ ਹੀ ਆਣਾ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਅਸੀਂ खुदावंद ਦੇ ਵਿੱਚ ਅੱਗੇ ਅੱਗੇ ਟੁਰਨੇ ਆ। इसलिए शरीर अदालत में कायम ना रहेंगे, ना ख़ताकार सादकों की जमायत में, क्योंकि खुदावंद सादकों की राह जानता है पर शरीरों की राह नाबूद हो जाएगी। असी ਇਹ ਵੇਖਦੇ ਹਾਂ ਕਿ खुदावंद सादक ਦੀ ਰਾਹ ਜਾਣਦਾ ਹੈ। सादक ਦੀ ਰਾਹ ਕਿਹੜੀ ਹੈ? ਯਿਸੂ ਮਸੀਹ ਨੇ ਕਿਹਾ ਸੀ ਰਾਹ, ਹਕ ਔਰ ਜ਼ਿੰਦਗੀ ਮੈਂ ਹਾਂ। ਤੇ ਕੀ ਅਸੀਂ ਉਸੇ ਰਾਹ 'ਤੇ ਚੱਲ ਰਹੇ ਹਾਂ? ਕੀ ਅਸੀਂ ਉਹੀ ਜ਼ਿੰਦਗੀ ਨੂੰ ਲੈ ਰਹੇ ਹਾਂ ਜਾਂ ਨਹੀਂ, ਜਾਂ ਅਸੀਂ ਗੱਲਾਂ ਕਰ ਰਹੇ ਹਾਂ? ਤੁਹਾਨੂੰ ਪਤਾ ਹੈ ਲਾਹੌਰ ਜਾਣ ਦਾ ਰਸਤਾ ਮੋਟਰਵੇ ਤੇ ਜੀਟੀ ਰੋਡ, ਤੁਸੀਂ ਟੁਰ ਜੀਟੀ ਰੋਡ ਤੇ ਰਹੇ ਹੋ, ਗੱਲਾਂ ਤੁਸੀਂ ਮੋਟਰਵੇ ਦੀ ਕਰ ਰਹੇ ਹੋ। ਨਹੀਂ, ਇਹ ਨਹੀਂ ਹੋ ਸਕਦਾ। ਇੱਕ ਹੀ ਚਸ਼ਮੇ ਤੋਂ ਤੁਹਾਨੂੰ ਮਿੱਠਾ ਜਾਂ ਖਾਰਾ ਪਾਣੀ ਤੁਸੀਂ ਨਹੀਂ ਪੀ ਸਕਦੇ। ਦੋ ਮਾਲਕਾਂ ਦੀ ਖਿਦਮਤ ਨਹੀਂ ਅਸੀਂ ਕਰ ਸਕਦੇ ਹਾਂ। ਸਾਨੂੰ ਚਾਹੀਦਾ ਹੈ ਕਿ ਜਾਂ ਤੇ ਅਸੀਂ ਇਸ ਵਾਲੇ ਪਾਸੇ ਜਾਂ ਇਸ ਵਾਲੇ ਪਾਸੇ। ਯਸ਼ਵਾ ਨੇ ਬੜੀ ਪਿਆਰੀ ਗੱਲ ਕੀਤੀ। ਉਹਨੇ ਇਸਰਾਇਲੀ ਕੌਮ ਦੇ ਸਾਹਮਣੇ ਕਿਹਾ ਕਿ ਜਦੋਂ ਖੁਦਾ ਸਾਨੂੰ ਉੱਥੋਂ ਪਾਰ ਲੈ ਕੇ ਆਇਆ ਤੇ ਬਹੁਤ ਸਾਰੇ ਸਨ ਜਿਹੜੇ ਦੇਵਤਾਂ ਦੀ ਪ੍ਰਸਤਿਸ਼ ਕਰਨਾ ਸ਼ੁਰੂ ਹੋ ਗਏ, ਤੇ ਉਹਨੇ ਕਿਹਾ ਕਿ ਹੁਣ ਤੁਹਾਡੇ ਸਾਹਮਣੇ ਕਿ ਤੁਸੀਂ ਕਿਹਨੂੰ ਚਾਹੋਗੇ ਕਿ ਕਿਹਦੀ ਪ੍ਰਸਤਿਸ਼ ਕਰੋ, ਖੁਦਾਵੰਦ ਦੀ, ਜਾਂ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਉਹੀ ਦੇਵਤਾਂ ਦੀ ਕਰੋ। ਜਿੱਥੇ ਜਦੋਂ ਰਹਿ ਗਈ ਸਾਡੇ ਮੇਰੇ ਤੇ ਮੇਰੇ ਘਰਾਣੇ ਦੀ ਗੱਲ, ਅਸੀਂ ਖੁਦਾਵੰਦ ਦੀ ਹੀ ਵਰਸ਼ਿਪ ਕਰਾਂਗੇ। ਤੇ ਤੁਹਾਡਾ ਘਰਾਣਾ ਕੀ ਸਾਦਕ ਦਾ ਘਰਾਣਾ ਹੈ ਕਿ ਨਹੀਂ, ਜਾਂ ਸ਼ਰੀਰਾਂ ਵਾਲੀ ਗੱਲ ਚੱਲ ਰਹੀ ਹੈ? ਅਗਰ ਤੁਸੀਂ ਪਰੇਸ਼ਾਨ ਹੋ ਅੱਜ ਕਿ ਤੁਹਾਡੇ ਬੱਚੇ, ਤੁਹਾਡੀ ਔਲਾਦ, ਤੁਹਾਡੇ ਵੱਡੇ, ਤੁਹਾਡੇ ਭੈਣ ਭਰਾ ਉਹ ਖੁਦਾਵੰਦ 'ਚ ਨਹੀਂ ਹੈ, ਤੇ ਕਲਾਮ 'ਚ ਲਿਖਿਆ ਤੂੰ ਈਮਾਨ ਲਾ ਤੇ ਤੇਰਾ ਘਰਾਣਾ ਨਜਾਤ ਪਾਏ। ਅੱਜ ਜ਼ਰੂਰਤ ਹੈ ਕਿ ਤੁਸੀਂ ਯਿਸੂ ਨੂੰ ਕਹੋ। ਕਈ ਦਫਾ ਆਪਣਾ ਅਸੀਂ ਜ਼ੋਰ ਲਾਉਂਦੇ ਹਾਂ ਕਿ ਇਹ ਬਚ ਜਾਏ, ਬੜੀ ਅੱਛੀ ਗੱਲ ਹੈ, ਲੇਕਿਨ ਜਦੋਂ ਅਸੀਂ ਖੁਦਾਵੰਦ ਕੋਲੋਂ ਕੂਵਤ ਲੈਂਦੇ ਹਾਂ, ਉਹਨੂੰ ਕਹਿੰਦੇ ਹਾਂ ਕਿ ਖੁਦਾਵੰਦ ਮੇਰਾ ਈਮਾਨ ਹੈ ਕਿ ਇਹ ਮੇਰਾ ਫੈਮਿਲੀ ਮੈਂਬਰ ਬਚ ਜਾਵੇਗਾ, ਇਸ ਰਾਹ 'ਤੇ ਆ ਜਾਵੇ, ਤੇ ਉਹ ਬਚ ਜਾਵੇਗਾ, ਕਿਉਂਕਿ ਇਹ ਯਿਸੂ ਮਸੀਹ ਦੇ ਮੂੰਹ ਦੀਆਂ ਗੱਲਾਂ ਨੇ। ਮੈਂ ਚਾਹੁੰਦਾ ਕਿ ਤੁਸੀਂ ਅਗਰ ਵੇਖੋ ਆਪਣੇ ਆਪ ਨੂੰ ਕਿ ਕਿਸ ਤਰ੍ਹਾਂ ਟੁਰਦੇ ਹੋ, ਕਿਸ ਤਰ੍ਹਾਂ ਤੁਸੀਂ ਬਹਿੰਦੇ ਹੋ, ਕਿਸ ਤਰ੍ਹਾਂ ਖਲੋਂਦੇ ਹੋ, ਕੀ ਸਾਡੀ ਚਾਲ ਜਿਹੜੀ ਹੈ ਚਾਲ ਚਲਨ ਸਾਦਕਾਂ ਲੈ, ਜਾਂ ਅਸੀਂ ਬਹੁਤ ਜ਼ਿਆਦਾ ਬੁੜਬੁੜਾ ਰਹੇ ਹਾਂ। ਕਈ ਦਫਾ ਅਸੀਂ ਖਾਦਮਾਂ ਲਈ ਗੱਲਾਂ ਕਰਦੇ ਹਾਂ, ਕਈ ਦਫਾ ਅਸੀਂ ਭੈਣ ਭਰਾਵਾਂ ਵਾਸਤੇ ਗੱਲਾਂ ਕਰਦੇ ਹਾਂ, ਤੇ ਬਾਅਦ 'ਚ ਅਸੀਂ ਆਪ ਹੀ ਪਰੇਸ਼ਾਨ ਰਹਿੰਦੇ ਹਾਂ ਕਿ ਇਹ ਕਿਹਦੀਆਂ ਗੱਲਾਂ ਅਸੀਂ ਕਰ ਰਹੇ ਹਾਂ। ਸੋ ਸ਼ਰੀਰ ਬਣ ਰਹੇ ਹੋ ਜਾਂ ਤੁਸੀਂ ਸਾਦਿਕ ਬਣ ਰਹੇ ਹੋ। ਇਮਸਾਲ 11:11 'ਚ ਲਿਖਿਆ ਕਿ ਰਾਸਬਾਜ਼ ਦੀ ਦੁਆ ਤੋਂ ਸ਼ਹਿਰ ਸਰਫਰਾਜ਼ੀ ਪਾਉਂਦਾ ਹੈ। ਅਗਲੀ ਗੱਲ ਜਿਹੜੀ ਉਹਦਾ ਦੂਜਾ ਹਿੱਸਾ ਹੈ, ਪਰ ਸ਼ਰੀਰਾਂ ਦੀ ਬਾਤਾਂ ਤੋਂ, ਗੱਲਾਂ ਤੋਂ ਨੇਸਤ ਤੋਂ ਨਾਬੂਦ ਹੋ ਜਾਂਦਾ ਹੈ। ਕੀ ਤੁਹਾਡਾ ਸ਼ਹਿਰ, ਸਾਡਾ ਮੁਲਕ ਤੇ ਸਾਡੀ ਆਪਣਾ ਜਿਹੜਾ ਇਹ ਸਾਡੀ ਜ਼ਿੰਦਗੀਆਂ ਨੇ, ਅਸੀਂ ਇੱਕ ਜਿਹੜਾ ਸ਼ਹਿਰ ਬਸਾਇਆ ਯਿਸੂ ਦਾ ਜਿਹੜਾ ਸ਼ਹਿਰ ਹੈ, ਕਈ ਅਸੀਂ ਉਹਨੂੰ ਆਪੇ ਹੀ ਤੇ ਨਹੀਂ ਡਿਸਟਰੋਏ ਕਰ ਰਹੇ ਹਾਂ?
ਉਹਨੂੰ ਆਪੇ ਤੇ ਨੇਸਤ ਔਰ ਨਾਬੂਦ ਕਰ ਰਹੇ ਹਾਂ, ਕਿ ਅਸੀਂ ਦੁਆ ਕਰ ਰਹੇ ਹਾਂ, क्योंकि राजबाज की दुआ के असर से बहुत कुछ हो सकता है। सो अगर तुसी राजबाज हो, असी सारे ही राजबाज हो गए हैं ਜਦੋਂ ਅਸੀਂ ਯਿਸੂ 'ਚ ਆ ਜਾਂਦੇ ਹਾਂ, ਪਰ ਕਲਾਮ 'ਚ ਲਿਖਿਆ ਹੈ ਅਕਲ ਨਹੀਂ ਹੋ ਜਾਣੇ ਕੇ ਸਬਬ ਆਪਣੀ ਸੂਰਤ ਬਦਲਤੇ ਜਾਓ, ਤੇ ਸਾਨੂੰ ਚਾਹੀਦਾ ਹੈ ਕਿ ਰੂਹਾਨੀ ਸੂਰਤ ਅਸੀਂ ਬਦਲਦੇ ਜਾਈਏ, ਯਿਸੂ 'ਚ ਹੋਰ ਪਵਿੱਤਰ ਹੁੰਦੇ ਜਾਈਏ, ਕਿਉਂਕਿ ਅਸੀਂ ਅਗਰ ਉਸ ਦਰਖਤ ਦੇ ਵਿੱਚ ਕਾਇਮ ਆ ਤੇ ਜੋ ਕੁਝ ਯਿਸੂ 'ਚ ਹੈ ਉਹ ਸਾਡੇ 'ਚ ਆਉਣਾ ਸ਼ੁਰੂ ਹੋ ਜਾਏਗਾ। ਗੋਡ ਬਲੈਸ ਯੂ। ਤੇ ਮੈਂ ਆਖਰ 'ਚ ਇਹ ਗੱਲ ਕਹਾਂਗਾ ਕਿ ਅਗਰ ਤੁਸੀਂ ਬੁਰੀ ਰਾਹ ਤੇ ਚੱਲ ਰਹੇ ਹੋ ਤੇ ਸਹੀ ਰਾਹ ਜਿਹੜੀ ਹੈ ਉਹ ਯਿਸੂ ਹੀ ਹੈ। ਆਓ ਯਿਸੂ ਦੇ ਪਿੱਛੇ ਚੱਲਣਾ ਸ਼ੁਰੂ ਕਰ ਦਈਏ। ਆਮੀਨ। ਨਾਜ਼ਰੀਨ, ਅੱਜ ਦਾ ਬੜਾ ਖੂਬਸੂਰਤ ਕਲਾਮ ਸੀ ਕਿ ਤੁਹਾਡੇ ਸਾਹਮਣੇ ਦੋ ਰਾਹਾਂ ਨੇ, ਇੱਕ ਸ਼ਰੀਰਾਂ ਦੀ ਰਾਹ ਹੈ, ਇੱਕ ਸਾਧਕਾਂ ਦੀ ਰਾਹ ਹੈ। ਸਾਧਕਾਂ ਦੀ ਰਾਹ ਵਿੱਚ ਹਮੇਸ਼ਾ ਦੀ ਜ਼ਿੰਦਗੀ ਜੇ ਤੇ ਸ਼ਰੀਰਾਂ ਦੀ ਰਾਹ ਵਿੱਚ ਅਬਦੀ ਹਲਾਕਤ ਜੇ। ਚੁਣਨਾ ਤੁਸਾਂ ਹੈ, ਚੁਣ ਲੋਗੇ, ਚੰਗੀ ਰਾਹ ਚੁਣੋਗੇ ਤੇ ਜ਼ਿੰਦਗੀ ਪਾਓਗੇ। ਭਾਈ ਸਾਹਿਬ, ਬਹੁਤ ਬਰਕਤ ਮਿਲੀ, तुसा कलाम सुनाया, बड़ी बरकत मिली। खुदावंद तुहानू बड़ी बरकत दे। तुसी साडे प्रोग्राम च आए और तुसा सानू वक्त दिता, और खुदावंद दे फजल नाल फिर मुलाकात जरूर होएगी। नाजरीन, इत्थे वेला हो गया साडे प्रोग्राम मुकण दा, ते उस वेले तक अपने खादम नू इजाजत दिओ। फिर एक नवे प्रोग्राम दे नाल और एक नवे खादम दे नाल जिहड़ा ते कि तुहाडे अपनी कलीसिया दा और तुहाडे गिरजे दा, तुहाडे शहर दा होएगा। ते अपना ख्याल रखियो। खुदावंद तुहानू बड़ी बरकत दे। आमीन।